ओके, क्वेश्चन नंबर 8 देखो। यूजफुल लाइफ ऑफ अ मशीन कितनी कही होना 10 ईयर्स एंड कॉस्ट इज 10,000। 10% डेप्रिसिएशन रेट है तो स्क्रैप वैल्यू की होगी अभी केड़ा मेथड केड़ा बोलो। स्क्रैप वैल्यू एट द एंड ऑफ द लाइफ कितना होगा कितना है। ਅਤੇ ਕੁਝ ਸਕ੍ਰੈਪ ਵੈल्यू ਤਾਂ ਬਚਿਆ ਨਹੀਂ ਡਬਲਯੂ ਦੀ ਤੇ ਨਾਲੇ ਕਰੋਗੇ ਕਿਦਾਂ ਪੇਪਰ ਦੇ ਵਿੱਚ ਕੀ ਕਰਨਾ। ਜਾਂ ਤਾਂ ਬਾਰ-ਬਾਰ ਕਰ ਲੋਗੇ ਜਾਂ ਫਾਰਮੂਲੇ ਦੀ ਗੱਲ ਅਗਰ ਕਰੀਏ ਜੋ ਤੁਸੀਂ ਕੰਪਾਊਂਡ ਇੰਟਰਸਟ ਵਿੱਚ ਕਰਦੇ ਹੋ। कंपाउंड इंटरेस्ट टॉपिक ਦੇ ਵਿੱਚ ਅਮਾਉਂਟ ਫਾਈਂਡ ਕਰਦੇ ਆਪਾਂ that is principal into 1 plus r upon 100 ਦੀ ਪਾਵਰ n। ਸੇਮ ਚੀਜ਼ ਅਗਰ ਅਸੀਂ WDP ਮੈਥਡ ਦੀ ਗੱਲ ਕਰੀਏ ਉੱਥੇ ਕੀ ਆ ਜਾਂਦਾ ਜਿੰਨਾ ਵੀ ਸਾਡਾ ਰਿਟਨ ਡਾਊਨ ਵੈਲਿਊ ਆ ਕਿੱਦਾਂ ਆਊਗਾ ਜਿੰਨੀ ओरिजिनल कॉस्ट ਸੀ into 1 माइनस रेट ਦੀ ਪਾਵਰ n क्योंकि बचे हुए तो अगे लगती ना वैल्यू डेप्रिसिएशन। तो मीन सेम कंपाउंड इंटरेस्ट वाला तरीका लगता है WD विच और सिंपल इंटरेस्ट वाली चीज लगती है SLM ਦੇ ਵਿੱਚ ऐसा ना बस ਇਹਨਾਂ ਵਿੱਚ ਐਡ ਹੁੰਦੀਆਂ ਰਹਿੰਦੀਆਂ ਪਰਸੈਂਟੇਜ ਇਹਨਾਂ ਵਿੱਚ ਡੈਪਰੀਸੀਏਸ਼ਨ ਲੈਸ ਹੁੰਦੀ ਹੈ ਬਟ ਇਹਦੇ ਵਿੱਚ ਲੱਗਣੀ ओरिजिनल ਤੇ लगनी ओरिजिनल ਤੇ लगनी आंसर ਤੇ ਪਹਿਲੇ ਦੇ आंसर ਤੇ ਦੂਜੀ ਲੱਗੂਗੀ ਔਰ ਇਹਦੇ ਵੀ ਲੱਗਣੀ ਪਹਿਲੇ ਦੇ आंसर ਤੇ ਦੂਜੀ। तो मीन्स ਤੁਸੀਂ ਇੱਥੇ ਕੀ ਕਰੋਗੇ 10% ਗਿਆ ਤਾਂ 1 माइनस 10% मतलब 0.9 आ गया 0.9 ਦੀ कितनी पावर कही है 10 10 पावर कर दो ਉਹਦੀ कितनी आ रही है 3486.7 है ना इंटू अपा 10,000 करके हर को आ गया 3486.7 ए दी आ गई WDB आफ्टर 10 ईयर्स। ठीक है 4H एक साडा केड़ा रहंदा सी फोर्थ वाला है ना ਉਹਨੂੰ रोक लो चलो आगे सुनो पहले हम एनओटी की गल करिए एनओटी का एक टेबल लिखो सारा एनओटी का मीनिंग की है पहला समझो कोई भी चीज देखो कंपाउंड इंटरेस्ट ਦੇ ਵਿੱਚ ਤੁਸੀਂ ਕੀ ਸਿੱਖੀ ਚੀਜ਼ ਕਿਸੇ ਵਾਰ ਅਸੀਂ ਪੈਸਾ ਇੱਕ ਵਾਰ ਦਿੱਤਾ ਪੈਸਾ ਸਾਰੀ ਤੇ ਦੇਖੋ ਪੈਸਾ ਇੱਕ ਵਾਰ ਦਿੱਤਾ ਉਹਦੇ ਤੇ ਅਗਰ ਤਾਂ ओरिजिनल ਅਮਾਉਂਟ ਤੇ ओरिजिनल ਜਿੰਨਾ ਆਪਾਂ ਪੈਸਾ ਸਮ ਆਫ ਮਨੀ ਜਮ੍ਹਾਂ ਕਰਵਾਇਆ ਡਿਪੋਜ਼ਿਟ ਕੀਤਾ ਉੱਤੇ ਇੰਟਰਸਟ ਲੱਗਦਾ ਤਾਂ ਸਿੰਪਲ ਇੰਟਰਸਟ ਹੈ। अगर एडिशनल जो होता रहता वो ऐड होता रहता और उत्ते अमाउंट लगता प्रिंसिपल इंटरेस्ट कैलकुलेशन होंगी आ ताकि हुंदा ओनू कंपाउंड इंटरेस्ट करने यस नो। और कंपाउंड इंटरेस्ट दे विच अलग अलग फ्रीक्वेंसीज भी आंदियां मतलब मंथली कंपाउंडिंग करनी है जेडी भी करनी है ना। पॉइंट आया एनयूटी की है तुसी सब की सेविंग्स अकाउंट पता तुहानू सब यस नो सेविंग्स अकाउंट करंट अकाउंट भी पता होएगा पढ़े हुए ना सारे FD भी पता RD पता की होंदा है RD च FD और RD ਦੇ ਦੋਨਾਂ ਦੇ ਇੰਟਰਸਟ ਰੇਟਸ ਅੱਛੇ ਹੁੰਦੇ ਨੇ ਪਰ ਦੋਨਾਂ ਦਾ ਡਿਫਰੈਂਸ ਕੀ ਹੈ। FD ਚ ਇੱਕੋ ਵਾਰ ਪੈਸਾ ਲਮਸਮ ਦੇਣਾ ਤੁਸੀਂ ਠੀਕ ਹੈ ਹੁਣ ਅਸੀਂ ਕਹਿੰਦੇ 1 ਲੱਖ ਦੀ ਤੁਸੀਂ FD ਕਰਵਾਤੀ ਉਹਦੇ ਤੇ ਇੰਟਰਸਟ ਮਿਲਦਾ ਪਿਆ ਪਰ ਇੰਟਰਸਟ ਉਹਦੀ ਕੰਪਾਊਂਡਿੰਗ ਤੁਹਾਨੂੰ ਕੱਲ ਦੱਸੀ ਸੀ ਕਿ ਕੁਆਟਰਲੀ ਚੱਲਦੇ ਨੋਰਮਲੀ ਸਾਰੀ FD ਨੋਰਮਲੀ ਬਾਕੀ ਹਰ ਕਿਸੇ ਬੈਂਕ ਨੇ ਆਪਣਾ ਅਲੱਗ ਫੀਚਰ ਵੀ ਰੱਖਣਾ ਹੁੰਦਾ ਠੀਕ ਹੈ। RD ਚ ਕੀ ਹੈ ਤੁਸੀਂ ਇਕੱਠਾ ਪੈਸਾ ਨਹੀਂ ਦੇ ਰਹੇ आरडी किदा ते पर्सनली बेनिफिशियल आ ਜਿਹਦਾ ਸੈਲਰੀ ਕੋਈ ਹੁਣ ਬੰਦਾ ਨਿਊ ਜੌਬ ਸਟਾਰਟ ਕਰਦਾ ਉਹਦੇ ਲਈ ਬਹੁਤ ਬੈਨੀਫੀਸ਼ੀਅਲ ਚੀਜ਼ ਹੁੰਦੀ ਕਿ ਉਹ ਕਹਿੰਦਾ ਮੈਂ 20,000 a month ਕਮਾਉਣਾ ਆ ਮੈਂ ਉਹ ਚੋਂ ਮਿਨੀਮਮ 5,000 ਐਟਲੀਸਟ ਸੇਵਿੰਗ ਚ ਪਾਣਾ ਆਪਣਾ ਸੇਵ ਕਰਨਾ ਕਿ ਪੈਸਾ ਲੌਕ ਹੁੰਦਾ ਰਹੇ ਮੇਰੇ ਪੈਸੇ ਜੁੜਦੇ ਰਹੇ ਲੌਂਗ ਟਰਮ ਲਈ ਉਹਦੇ ਲਈ ਆਰਡੀ ਬੈਸਟ ਹੈ। ਉਹਨੂੰ ਪਤਾ ਮੇਰਾ ਐਕਸਪੈਂਸ ਵਗੈਰਾ ਸਭ ਕਰਕੇ ਮੇਰਾ 15,000 ਚਾਹੀਦਾ 5,000 ਮੇਰਾ ਬਚਦਾ 5,000 ਕਿੱਥੇ ਪਾਈ ਜਾਊਗਾ ਆਰਡੀ ਹਰ ਮੰਥ ਉਹਨੇ 5,000 ਪਾਈ ਜਾਣਾ एक साल से कितने पैसे उन्हें पार थे बोलो 5,000 into 12 कितना हो गया 60,000 पार था और ऊपर जितनी भी इंटरेस्ट लग गया होगा वो हो गया
ਉਸ ਤੋਂ ਬਾਅਦ ਉਹ ਕੋਈ ਇੱਕ ਲਮਸਮ ਆ ਗਿਆ ਸਾਲ ਦੇ ਬਾਅਦ, ਹੁਣ ਉਹਦੀ ਐਫਡੀ ਕਰ ਦਿੱਤਾ। ਪਰ ਜਦੋਂ ਬੰਦੇ ਕੋਲ ਥੋੜੇ ਥੋੜੇ ਕਰਕੇ ਹੀ ਇਕੱਠੇ ਹੋਣੇ ਪੈਸੇ, ਉਹਦੇ ਲਈ ਆਰਡੀ ਇਜ਼ ਦਾ ਬੈਸਟ ਨਾ, ਕਿਉਂਕਿ ਸੇਵਿੰਗ ਤੋਂ ਤਾਂ ਬੈਟਰ ਇੰਟਰਸਟ ਹੈ ਆਰਡੀ ਦਾ। ਬਟ ਅਸੀਂ ਦੇ ਆਪਾਂ ਥੋੜੇ ਥੋੜੇ ਕਰਕੇ ਰਹੇ 5000 ਹਰ ਮੰਥ ਦੇ ਰਹੇ ਹਾਂ, ਤੇ ਆਰਡੀ ਹੈ, ਹੁਣ ਉਹ 'ਚ ਇੰਟਰਸਟ ਵੀ ਕਿੱਦਾਂ ਲੱਗੂਗਾ? ਫਸਟ ਮੰਥ ਜਿਹੜੇ 5000 ਦਿੱਤੇ ਉੱਤੇ ਤਾਂ 12 ਮਹੀਨੇ ਦਾ ਇੰਟਰਸਟ ਲੱਗਿਆ, ਜਿਹੜਾ ਸੈਕਿੰਡ ਮੰਥ ਦਿੱਤਾ 5000 ਉੱਤੇ 11 ਮੰਥ ਦਾ ਇੰਟਰਸਟ ਲੱਗੂ ਚਲੋ, ਥਰਡ ਮੰਥ ਦਿੱਤਾ ਤਾਂ 10 ਮਹੀਨੇ ਦਾ ਇੰਟਰਸਟ ਲੱਗਾ ਸਾਲ 'ਚ। ਹੁਣ ਜਿਹੜਾ ਮੈਂ ਆਖਰੀ ਮਹੀਨੇ ਦਿੱਤਾ ਉੱਤੇ 1 ਮਹੀਨੇ ਦਾ ਹੀ ਲੱਗਾ, ਐਸਾ ਨਾ। ਤਾਂ ਉਹ ਚੀਜ਼ ਕੀ ਆ ਕਿ ਆਪਾਂ ਐਨੂਅਲੀ ਜਾਂ ਮੰਥਲੀ ਕੋਈ ਇੰਸਟਾਲਮੈਂਟ ਦੀ ਗੱਲ ਕਰ ਰਹੇ ਹਾਂ। ਐਨਓਟੀ ਕੀ ਕਹਿੰਦਾ ਕਿ ਇੰਸਟਾਲਮੈਂਟਸ ਵੀ ਸਾਲ ਦੀਆਂ, ਐਨਓਟੀ ਐਨੂਅਲੀ, ਇੰਸਟਾਲਮੈਂਟਸ ਐਵਰੀ ਈਅਰ, ਉਹ ਹੁੰਦਾ ਐਨਓਟੀ, ਇੰਸਟਾਲਮੈਂਟਸ ਐਵਰੀ ਈਅਰ। ਕਿ ਤੁਸੀਂ ਕਿਤੇ ਹੁਣ ਜਿੱਦਾਂ ਤੁਸੀਂ ਕਾਰ ਲੈਂਦੇ ਹੋ, ਕਾਰ ਤੇ ਹਰ ਸਾਲ ਕਿਸ਼ਤਾਂ ਜਾਂਦੀਆਂ, ਉਹ ਐਨਓਟੀ ਚ ਆਉਂਦਾ ਅਕਾਊਂਟ। ਲੋਨ ਦੇ ਉੱਤੇ ਵਿਆਜ ਜਾਂਦੀ ਨਾ, ਕਿਸ਼ਤਾਂ ਜਾਂਦੀਆਂ ਸਾਡੀਆਂ, ਉਹ 'ਚ ਕੁਝ ਪ੍ਰਿੰਸੀਪਲ ਹੁੰਦਾ, ਕੁਝ ਇੰਟਰਸਟ ਹੁੰਦਾ, ਜੋ ਵੀ। ਹੁਣ ਉਹ ਸਾਰੀ ਚੀਜ਼ਾਂ ਕੈਲਕੂਲੇਸ਼ਨ ਕਿਤੇ ਬੇਸਡ ਹੈ ਕੰਸੈਪਟ ਆਫ ਐਨਓਟੀ, ਕਿਉਂਕਿ ਉੱਤੇ ਐਨੂਅਲੀ ਤੁਸੀਂ ਜਦ ਦਿੰਦੇ ਪਏ ਹੋ ਪੈਸੇ, ਰੀਪੇਮੈਂਟ ਕਰ ਰਹੇ ਹੋ, ਉਹ ਆਪਾਂ ਜਿੰਨਾ ਪੈਸਾ ਰੀਪੇ ਕਰ ਰਹੇ ਹਾਂ ਦੈਟ ਇਜ਼ ਐਨਓਟੀ, ਦੈਟ ਇਜ਼ ਐਨਓਟੀ ਮੀਨਸ ਇੰਸਟਾਲਮੈਂਟ ਐਵਰੀ ਈਅਰ ਕਿੰਨੀ ਦੇ ਰਹੇ ਹੋ। ਉਹ ਅਮਾਊਂਟ ਦੇ ਵਿੱਚ ਜਿਹੜਾ ਤੁਸੀਂ ਹਰ ਸਾਲ ਪੇ ਕਰ ਰਹੇ ਹੋ, ਪ੍ਰਿੰਸੀਪਲ ਵੀ ਜਾ ਰਿਹਾ ਕੁਝ ਔਰ ਇੰਟਰਸਟ ਵੀ, ਤਾਂ ਕਿੰਨਾ ਇੰਟਰਸਟ ਲੱਗਿਆ ਸੀ ਔਰ ਕਿੰਨੀ ਕੈਲਕੂਲੇਸ਼ਨ ਹੋਈ, ਸਾਰੀ ਇੰਸਟਾਲਮੈਂਟ ਕਰਕੇ ਕਿੰਨੇ ਸਾਲ ਬਾਅਦ ਇੰਸਟਾਲਮੈਂਟਸ ਪੇ ਕਰ ਕਰਕੇ ਲੋਨ ਕਲੀਅਰ ਹੋਊਗਾ, ਉਹ ਸਾਰੀਆਂ ਗੱਲਾਂ ਕਿਹਦੀਆਂ ਹੈ, ਐਨਓਟੀ ਦੀ। ਸੇਮ ਜੇ ਮੈਂ ਆਰਡੀ ਨੂੰ ਫੀਚਰ ਨੂੰ ਇੱਥੇ ਮੰਥਲੀ ਹੁੰਦੀ ਨਾਰਮਲੀ, ਤੁਸੀਂ ਇਹਨੂੰ ਸਾਲ ਦਾ ਕੁਝ ਕਹਿ ਲਓ ਕਿ ਮੈਂ ਇਨਵੈਸਟਮੈਂਟ ਹਰ ਸਾਲ ਕੁਝ ਸਰਟਨ ਅਮਾਊਂਟ ਪਾਣਾ, ਠੀਕ ਹੈ, ਤਾਂ ਉਹ ਵੀ ਐਨਓਟੀ ਚ ਆ ਗਿਆ। ਮੰਥਲੀ ਚ ਵੀ ਚਲੋ ਆ ਜਾਂਦਾ ਉਹਦਾ ਕੰਪਾਊਂਡਿੰਗ, ਬਟ ਵੈਸੇ ਪਹਿਲਾਂ ਬੇਸਿਕ ਸਮਝਣ ਲਈ, ਕਿਤੇ ਇਨਵੈਸਟਮੈਂਟ ਕਰ ਰਹੇ ਤਾਂ ਵੀ ਐਨਓਟੀ ਹੈ, ਕਿਤੇ ਲੋਨ ਲੈ ਰਹੇ ਹੋ ਤਾਂ ਵੀ ਐਨਓਟੀ, ਕਿਉਂਕਿ ਐਨੂਅਲ ਇੰਸਟਾਲਮੈਂਟ ਕਿਸ਼ਤਾਂ ਪੇ ਕਰੋਗੇ, ਠੀਕ ਹੈ। ਸੋ ਇਹਦੇ ਲਈ ਇੱਕ ਟੇਬਲ ਲਿਖੋ ਪਹਿਲਾਂ ਇੰਪੋਰਟੈਂਟ, एनओटी के कीवर्ड्स पहला माइंड से जरूरी है, हेडिंग लिख लो एनओटी, इंस्टॉलमेंट्स, इंस्टॉलमेंट्स वर्ड आ जाए, एवरी ईयर वर्ड आ जाए, ये सारा एनओटी है। ਉਹਦੇ ਚ ਦੋ ਤਰ੍ਹਾਂ ਦੀਆਂ ਚੀਜ਼ਾਂ ਆਉਗੀਆਂ ਤੁਹਾਡੀਆਂ, ਇੱਕ ਤੁਹਾਨੂੰ ਕੁਐਸਚਨਸ ਆਉਗੇ ਲੋਨਸ ਜਾਂ ਬੋਰੋਇੰਗਸ ਤੇ, ਲੋਨਸ ਜਾਂ ਬੋਰੋਇੰਗਸ ਤੇ। ਦੂਜੇ ਨੰਬਰ ਤੇ ਤੁਹਾਨੂੰ ਕੁਐਸਚਨਸ ਆਉਂਦੇ ਇਨਵੈਸਟਮੈਂਟਸ ਜਾਂ ਜਿੱਦਾਂ ਅਸੀਂ ਗੱਲ ਕਰਦੇ ਸਿੰਕਿੰਗ ਫੰਡ। ਸਿੰਕਿੰਗ ਫੰਡ ਵੀ ਪੜਿਆ ਹੋਇਆ ਕਿਤੇ ਤੁਸੀਂ? ਕਿੱਥੇ ਪੜਿਆ ਤੁਸੀਂ ਅਕਾਊਂਟਸ ਕਿੱਥੇ ਕਿਹੜੇ ਚੈਪਟਰ ਚ ਤੁਸੀਂ ਪੜਿਆ ਕਰਨਾ ਨੇ? ਸਿੰਕਿੰਗ ਫੰਡ ਵੀ ਕੀ ਹੁੰਦਾ, ਇੱਕ ਰਿਡੈਂਪਸ਼ਨ ਆਫ ਡਿਵੈਂਚਰ ਦਾ ਮੈਥਡ ਹੁੰਦਾ ਕਿ ਅਸੀਂ 5 ਸਾਲ ਬਾਅਦ ਡਿਵੈਂਚਰ ਰਿਡੀਮ ਕਰਨੇ, ਤਾਂ ਉਹਦੇ ਲਈ ਥੋੜੇ ਥੋੜੇ ਕੰਪਨੀ ਕੀ ਕਰਦੀ ਪੈਸੇ ਇਕੱਠੇ ਕਰਦੀ ਰਹਿੰਦੀ ਹੈ ਕਿ ਅਚਾਨਕ ਰਿਡੈਂਪਸ਼ਨ ਟਾਈਮ ਸਾਨੂੰ ਬਰਡਨ ਨਾ ਆਏ। ਹਰ ਸਾਲ ਆਪਣੇ ਪ੍ਰੋਫਿਟ ਚੋਂ ਕੁਝ ਸਿੰਕਿੰਗ, ਜਿੱਦਾਂ ਤੁਸੀਂ ਪੜਿਆ ਹੋਇਆ ਡੀਆਰਆਰ ਪੜਿਆ, ਡਿਵੈਂਚਰ ਰਿਡੈਂਪਸ਼ਨ ਵਿੱਚ ਨਹੀਂ ਸਰ, ਤੁਹਾਨੂੰ ਉਹ ਵੀ ਨਹੀਂ ਪਤਾ, ਚਲੋ ਕੋਈ ਨਹੀਂ। मतलब हर साल अपने प्रॉफिट से कंपनी की कर दी है कुछ पैसा साइड पे रखती रहती, जिदा जनरल रिजर्व बनाई ਦਾ ਨਾ ਉਦਾਂ ਇੱਕ ਰਿਜ਼ਰਵ ਜਾਂ ਫੰਡ ਕਹ ਲਓ ਬਣਾ ਲਈਦਾ। ਤਾਂ ਇਹ ਵੀ ਸਾਡੇ ਕੀ ਹਰ ਸਾਲ ਕੁਝ ਕਰ ਰਹੇ ਨਾ ਤੁਸੀਂ ਉਸ ਬਾਰੇ। ਫਿਰ ਤੁਹਾਨੂੰ ਇਹਨਾਂ ਚ ਕੁਐਸਚਨ ਆਉਂਦੇ ਆ, ਜਦ ਵੀ ਲੋਨ ਜਾਂ ਬੋਰਿੰਗ ਦੀ ਕੁਐਸਚਨ ਦੀ ਆਪਾਂ ਗੱਲ ਕਰੀਏ, ਇਹ ਤੁਹਾਡਾ ਕਨਸੈਪਟ ਕਿਹੜਾ ਚੱਲ ਜਾਂਦਾ, ਪ੍ਰੈਜ਼ੈਂਟ ਵੈਲਿਊ ਦਾ। ਨਾਰਮਲੀ ਕਿਹੜਾ ਕਨਸੈਪਟ ਚੱਲਦਾ ਇੱਥੇ, ਪ੍ਰੈਜ਼ੈਂਟ ਵੈਲਿਊ। और इधर ਤੁਹਾਡਾ ਕੰਸੈਪਟ ਚੱਲਦਾ ਫਿਊਚਰ ਵੈਲਿਊ। ਫਿਊਚਰ ਵੈਲਿਊ ਦਾ ਹੁਣ ਇਹ ਚ ਵੀ ਦੋ ਪੁਆਇੰਟਸ ਆਉਂਦੇ ਆ। ਹੁਣ ਜੋ ਮੈਂ ਤੁਹਾਨੂੰ ਸਮਝਾ ਰਿਹਾ ਸੀ, ਦੇਖੋ ਤੁਸੀਂ ਅਗਰ ਹਰ ਮੰਥ ਦੀ ਆਰਡੀ ਕਰ ਰਹੇ ਹੋ, ਹੈ ਨਾ, ਹਰ ਮੰਥ ਦੀ ਆਰਡੀ ਕਰ ਰਹੇ ਹੋ, ਤੁਹਾਨੂੰ ਮੈਂ ਕਿਹਾ ਜਿਹੜਾ ਤੁਸੀਂ ਫਸਟ ਮੰਥ ਪੈਸਾ ਡਿਪੋਜ਼ਿਟ ਕੀਤਾ ਉੱਤੇ ਕਿੰਨੇ ਮੰਥ ਦਾ ਇੰਟਰਸਟ ਮਿਲੂਗਾ, 12 ਮਹੀਨੇ ਦਾ। ਦੂਜੇ ਤੇ, ਤੀਜੇ ਤੇ 10 ਦਾ, ਇਦਾਂ ਚੱਲ ਰਿਹਾ। ਔਰ ਲਾਸਟ ਵਾਲੇ ਤੇ ਮੈਂ ਕੀ ਕਿਹਾ 1 ਮੰਥ, ਕਿੰਨੀ ਗੱਲ ਕੀਤੀ ਨਾ ਆਪਾਂ ਡਿਸਕਸ। ਬਟ ਇਹ ਕੰਡੀਸ਼ਨ ਕਦੋਂ ਲੱਗੂਗੀ, ਜੇ ਤੁਸੀਂ ਮਹੀਨੇ ਦੀ ਸਟਾਰਟਿੰਗ ਚ ਪੈਸਾ ਡਿਪੋਜ਼ਿਟ ਕਰਦੇ, ਮੰਥ ਵਿੱਚ ਤਾਂ ਦੇ ਰਹੇ ਹੋ ਪਰ ਮੰਥ ਦੀ ਸਟਾਰਟਿੰਗ ਤੇ ਦੇ ਰਹੇ, ਤਾਂ ਹੀ 12 ਮੰਥ ਦਾ ਇੰਟਰਸਟ ਬਣਿਆ ਪਹਿਲੇ ਅਮਾਊਂਟ।
ਜੇ ਤੁਸੀਂ ਐਂਡ 'ਚ ਦੇਣ ਦੀ ਹੈਬਿਟ ਰੱਖੀ ਹੋਈ, ਤੁਸੀਂ ਆਪਣੇ ਜਿਹਨੂੰ ਵੀ ਇਨਵੈਸਟਰ ਨੂੰ ਡਿਪੋਜ਼ਿਟ ਦਿੰਦੇ ਹੋ ਉਸ ਪਰਸਨ ਨੂੰ ਤੁਸੀਂ ਕਿਹਾ ਕਿ ਮੈਨੂੰ ਮੈਂ ਲਾਸਟ ਐਂਡ ਆਫ ਦਾ ਮੰਥ ਵਿੱਚ ਦਿਆ ਕਰੂੰ, ਜਦੋਂ ਮੈਨੂੰ ਸੈਲਰੀ ਮਿਲਦੀ ਹੈ ਜੋ ਵੀ ਵਟਐਵਰ ਹੈ ਨਾ ਮਿਲ ਚੁੱਕੀ ਹੁੰਦੀ ਪਿਛਲੀ, ਐਟ ਦਾ ਐਂਡ ਆਫ ਦਾ ਮੰਥ ਮੈਂ ਤੁਹਾਨੂੰ ਪੇਮੈਂਟ ਕਰਕੇ ਕਰੂੰਗਾ ਕਿ ਅਚਾਨਕ ਕੋਈ ਖਰਚਾ ਨਾ ਆਇਆ ਹੋਵੇ, ਉਹ ਕਰਕੇ ਤੇ ਤੁਹਾਨੂੰ ਦੇ ਦੂੰਗਾ। ਅਗਰ ਤੁਸੀਂ ਫਸਟ ਮੰਥ ਜਨਵਰੀ ਦੇ 31 ਜਨਵਰੀ ਨੂੰ ਤੁਸੀਂ ਪੇਮੈਂਟ ਕਰ ਰਹੇ ਹੋ ਤਾਂ ਉਹਦੇ ਤੇ ਸਾਲ ਦਸੰਬਰ ਤੱਕ ਕਿੰਨੀ ਇੰਟਰਸਟ ਲੱਗੂਗੀ? 11 ਮੰਥਸ ਦਾ ਹੁਣ, ਤੇ 31 ਜਨਵਰੀ ਨੂੰ ਦੇਖੋ ਤੇ 11 ਮੰਥ ਦਾ ਦੂਜੇ ਅਮਾਊਂਟ ਤੇ 10 ਦਾ, ਮਤਲਬ ਲਾਸਟ ਵਾਲੇ ਤੇ ਲੱਗਣਾ ਹੀ ਨਹੀਂ। 31 ਦਸੰਬਰ ਨੂੰ 31 ਦਸੰਬਰ ਨੂੰ ਵਿਆਜ ਥੋੜੀ ਲੱਗ ਜਾਊਗੀ, ਜਿਹੜਾ ਦਿੱਤਾ ਹੀ 31 ਦਸੰਬਰ ਨੂੰ। ਮਤਲਬ ਕੰਸੈਪਟ ਜਾਗਦਾ ਕਿ ਸਰ ਤੁਸੀਂ ਸਟਾਰਟਿੰਗ ਆਫ ਦਾ ਟਾਈਮ ਪੀਰੀਅਡ ਦੇ ਰਹੇ ਹੋ ਪੈਸੇ ਕਿ ਐਂਡ ਆਫ ਦਾ ਟਾਈਮ ਪੀਰੀਅਡ ਦੇ ਰਹੇ ਹੋ? स्टार्टिंग ऑफ द टाइम पीरियड वैसा दे रहे हो या एंड ऑफ द टाइम? और अगर ਤੁਹਾਡਾ ਨਾਰਮਲੀ ਕੁਐਸਚਨ ਸਾਇਲੈਂਟ ਹੁੰਦਾ ਤਾਂ ਆਹੀ ਅਜ਼ਿਊਮ ਕੀਤਾ ਹੁੰਦਾ। ਸਾਇਲੈਂਟ ਵੀ ਐਂਡ ਵਾਲਾ ਪਾਰਟ ਚੱਲਦਾ ਨਾਰਮਲੀ। ਨਾਮ ਕੀ ਆ? ਇਹਨੂੰ ਨਾਮ ਦਿੰਦੇ ਆ ਆਰਡੀਨਰੀ, ਨਾਰਮਲ ਜਾਂ ਰੈਗੂਲਰ। ਠੀਕ ਹੈ, ਆਰਡੀਨਰੀ ਐਨੁਟੀ, ਨਾਰਮਲ ਜਾਂ ਰੈਗੂਲਰ। ਪਰ ਸਟਾਰਟਿੰਗ ਵਾਲੇ ਨੂੰ ਨਾਮ ਕੀ ਦਿੰਦੇ ਆ? ਐਨੁਟੀ ਡਿਊ ਜਾਂ ਐਨੁਟੀ ਇਮੀਡੀਏਟ। समझ गए? सेम पे इस साइड, अगर स्टार्टिंग पे है या एंड पे है या साइलेंट है तो इधर भी ड्यू या इमीडिएट, और इधर ऑर्डिनरी, नॉर्मल या रेगुलर। अच्छा, अगर मैं बेसिक पहला नाम की गल करा, प्रेजेंट वैल्यू ਤੇ फ्यूचर वैल्यू ਹੁੰਦਾ ਕੀ ਹੈ? ठीक है, इस फॉर्मूले की गल 2 मिनट रुक जाओ। फ्यूचर वैल्यू की ਤੁਸੀਂ कंपाउंड इंटरेस्ट ਦਾ ਫਾਰਮੂਲਾ ਕੀਤਾ? बोलो, अमाउंट इज इक्वल टू ਆਹੀ ਕੀਤਾ। अगर मैं नॉर्मल कंसेप्ट की गल करा ना, उत्थे भी पेपर ਦੇ ਵਿੱਚ ਪੁੱਛਿਆ ਜਾ ਸਕਦਾ फ्यूचर वैल्यू ਜਾਂ प्रेजेंट वैल्यू इसी क्वेश्चन ਚ, जबकि एनयूटी ਉੱਥੇ ਲੌਂਚਡ ਵੀ ਨਹੀਂ ਆ। ਪਰ ਬੱਚੇ ਗਲਤੀ ਕਰਦੇ, ਬੱਚਿਆਂ ਨੇ ਨਾਮ ਪੜਿਆ ਫਿਊਚਰ ਵੈਲਿਊ, ਬੱਚਿਆਂ ਨੇ ਨਾਮ ਪੜਿਆ ਪ੍ਰੈਜ਼ੈਂਟ ਵੈਲਿਊ, ਨਾਲ ਹੀ ਇੱਥੇ ਜਿਹੜੇ ਹੁਣ ਮੈਂ ਤੁਹਾਨੂੰ ਫਾਰਮੂਲੇ ਲਿਖਾਣੇ ਬੱਚੇ ਯੂਜ਼ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਵੱਡੀ ਗਲਤੀ, ਸਭ ਤੋਂ ਵੱਡੀ ਗਲਤੀ ਕਿ ਜਿੱਦਾਂ ਹੀ ਨਾਮ ਪੜਿਆ ਕੁਐਸਚਨ ਦੇ ਵਿੱਚ ਫਿਊਚਰ ਵੈਲਿਊ ਜਾਂ ਪ੍ਰੈਜ਼ੈਂਟ ਵੈਲਿਊ, ਐਨਯੂਟੀ ਦੇ ਫਾਰਮੂਲੇ ਸ਼ੁਰੂ ਕਰ ਦਿੰਦੇ। ਬਟ ਐਨਯੂਟੀ ਚ ਤੁਹਾਨੂੰ ਕੰਡੀਸ਼ਨ ਕੀ ਕਹੀ? ਐਨੂਅਲ ਪੇਮੈਂਟ ਜਾਂ ਐਨੂਅਲ ਰਿਸੀਟ ਹੋਣੀ ਜ਼ਰੂਰੀ ਹੈ ਜਾਂ ਸਾਨੂੰ, ਜੇ ਇੱਕ ਵਾਰ ਪੈਸਾ ਦਿੱਤਾ ਜਾਂ ਇੱਕ ਵਾਰ ਲਿਆ ਤਾਂ ਉੱਥੇ ਤਾਂ ਐਨਯੂਟੀ ਦੀ ਕੰਸੈਪਟ ਹੀ ਨਹੀਂ ਆ ਰਹੀ। एनओटी का कंसेप्ट उत्थे नहीं आ रहा, उत्थे सिर्फ की कहते हैं फ्यूचर वैल्यू या प्रेजेंट वैल्यू कह सकते हैं या कंपाउंड इंटरेस्ट का कंसेप्ट कह सकते हैं। अगर मैं सीआई के कंसेप्ट विच भी आ जा, ਉਹਦੇ ਵਿੱਚ ਵੀ ਰहे कि ਇਹਨੂੰ ਅਸੀਂ फ्यूचर वैल्यू ਤੇ ਇਹਨੂੰ ਅਸੀਂ प्रेजेंट वैल्यू कह सकते कि नहीं? ਅੱਜ ਜੋ ਵੈਲਿਊ ਆ ਪ੍ਰੈਜ਼ੈਂਟ ਤੇ, ਉਹਦਾ ਬਾਅਦ ਚ ਕੀ ਬਣ ਜਾਊਗਾ? फ्यूचर वैल्यू। ਜਾਂ ਜਿੰਨਾ ਫਿਊਚਰ ਤੇ ਇੰਨਾ ਸੀ ਉਹਦਾ ਪ੍ਰੈਜ਼ੈਂਟ ਤੇ ਕੀ ਬਣ ਜਾਊਗਾ? ਜਾਂ ਉਹ ਅੱਜ ਲਈ ਕੀ ਆ? ਬਾਅਦ ਵਿੱਚ ਅਗਰ ਮੈਂ ਕਹਾਂ ਅੱਜ ਤੋਂ 5 ਸਾਲ ਬਾਅਦ ਮੈਨੂੰ ਮੇਰੇ ਕੋਲ ਇੰਨੇ ਪੈਸੇ ਚਾਹੀਦੇ, ਅੱਜ ਉਹਦੀ ਵੈਲਿਊ ਕੀ ਹੈ? ਅੱਜ ਕਿੰਨੇ ਇਨਵੈਸਟ ਕਰਾਂ ਇਸ ਸਰਟਨ ਰੇਟ ਆਫ ਇੰਟਰਸਟ ਤੇ ਕਿੰਨੇ ਟਾਈਮ ਲਈ, ਤਾਂ ਇੰਨੇ ਟਾਈਮ ਲਈ ਤਾਂ ਕਿ ਮੇਰੇ ਕੋਲ ਇੰਨੇ ਪੈਸੇ ਜੁੜ ਜਾਣਗੇ ਸਾਨੂੰ। समझेगा? प्रेजेंट वैल्यू ने की किया कि सर मेरे को सपोज आज 1 लाख रुपीज है, प्रिंसिपल लिखा, मैं एने रेट ऑफ इंटरेस्ट सर्टेन रेट ऑफ इंटरेस्ट पे लगा रहा, इन्ने साल ही लगा रहा, मेरे ਉਹਦੇ पैसे ਦੀ ਇੰਨੇ ਸਾਲ ਬਾਅਦ ਕੀ ਫਿਊਚਰ ਵੈਲਿਊ ਬਣ ਜਾਊਗੀ। ਡਨ ਆ ਕੰਸੈਪਟ। ਅੱਛਾ, ਪ੍ਰੈਜ਼ੈਂਟ ਵੈਲਿਊ, ਸਰ ਮੈਨੂੰ ਨਾ ਮੇਰਾ ਇੱਕ ਟਾਰਗੇਟ ਆ, ਮੈਂ ਪਾਰਟਿਕੂਲਰ ਕਾਰ ਲੈਣੀ, ਫੋਨ ਲੈਣਾ, ਵਟਐਵਰ, ਮੈਨੂੰ ਇੰਨੀ ਫਿਊਚਰ ਵੈਲਿਊ ਚਾਹੀਦੀ ਹੈ, ਇੰਨੀ ਫਿਊਚਰ ਵੈਲਿਊ ਚਾਹੀਦੀ ਆ, ਮੈਨੂੰ ਇਸ ਟਾਈਮ ਤੇ ਸੋ ਐਂਡ ਸੋ ਰੇਟ ਆਫ ਇੰਟਰਸਟ ਮਿਲਦਾ ਪਿਆ,
मैं 5 ईयर्स ਲਈ ਇਨਵੈਸਟ ਕਰ ਸਕਦਾ ਤਾਂ ਦੱਸੋ ਅੱਜ ਮੈਂ ਇਨਵੈਸਟ ਕਰਾਂ ਕਿੰਨੇ ਪੈਸੇ तो मैंने आज प्रेजेंट वैल्यू मिल जूगी कि आज प्रेजेंट वैल्यू मैं इन्ने पैसे डिपॉजिट करा सर्टेन रेट ऑफ इंटरेस्ट मिलता पाया 5 ईयर्स ਲਈ मैं इन्वेस्ट कर सकता 5 साल बाद मेरा टारगेट है आई नीड 5 लाख रुपए तो मैं किन्ने आज इन्वेस्ट करा कि मेरा टारगेट अचीव हो सो ये कंसेप्ट ने इन्नी गल तो दसता कि फ्यूचर वैल्यू का क्या की है प्रेजेंट वैल्यू है सिंपल प्रिंसिपल इज प्रेजेंट वैल्यू अमाउंट इज फ्यूचर वैल्यू कोई दिक्कत नहीं क्यों ये गल करनी जरूरी कि बच्चों ਨੂੰ पेपर ਦੇ ਵਿੱਚ ਨਾਮ ਆਂਦਾ ਫਿਊਚਰ ਵੈਲਿਊ ਪ੍ਰੈਜ਼ੈਂਟ ਵੈਲਿਊ ਸਿੰਪਲੀ ਸੀਆਈ ਦਾ ਫਾਰਮੂਲਾ ਲਗਾ ਕੇ ਕੱਢਣਾ ਹੁੰਦਾ ਬੱਚੇ ਐਨਓਟੀ ਛੇੜਨੇ ਸ਼ੁਰੂ ਕਰ ਬਲੰਡਰ ਸਭ ਤੋਂ ਵੱਡਾ ਦੇਖੋ हमें क्लियर एनओटी की कंडीशन पहला ਤੁਹਾਨੂੰ दिखनी चाहिए कि बार बार कुछ पैसे आ रहे या जा रहे एनुअल रिसीट या एनुअल पेमेंट का होए ताही एनओटी कंसेप्ट चकोगे अदरवाइज वो सिंपल क्वेश्चन भी हो सकता क्लियर है जी ठीक है हूँ ये कंसेप्ट कितने भी जुड़ूगा आप कर लेंगे कोई दिक्कत नहीं क्वेश्चन वाइज फॉर्मूलाज लिखिए फॉर्मूला सब तो पहला तुम लिखो फ्यूचर वैल्यू ऑर्डिनरी का लिखो राजा ए इज इक्वल टू पी इंटू 1 + आई दी पावर एन -1 अपॉन आई किसका फॉर्मूला कितना है फ्यूचर वैल्यू ऑर्डिनरी वाली बोलो क्लियर है लिखा लिख ले ਹੁਣ डिफरेंस क्या है अगर ਅਸੀਂ फ्यूचर ਦਾ ਕਿਹਦਾ ਫਾਰਮੂਲਾ ਕੀਤਾ फ्यूचर वैल्यू ਦੇ ऑर्डिनरी ਦਾ अगर ਅਸੀਂ ਜਾਣਦੇ ਹਾਂ स्टार्टिंग ਤੇ सेम फॉर्मूला कॉपी करो पहले बोलो नाल बोलो एक बार p इंटू 1 + आई दी पावर n -1 डिवाइडेड बाय आई ये तो नाल लगा देना 1 + आई नाल की लगाता 1 + आई क्लियर है एक रीजन सोचो स्टार्टिंग वाले दे विच एक टाइम पीरियड का इंटरेस्ट ज्यादा मिलना एंड वाले नाल ऐसे जिदा एग्जांपल लेके वो 11 मंथ तो स्टार्ट होना तो जिस स्टार्टिंग च करदे तो स्टार्टिंग ही 12 मंथ तो होनी हर इंस्टॉलमेंट का इंटरेस्ट बढ़ जाए जिदा 0 मिले ਉਹਦਾ 1 मिलना जिदा 1 मिले ਉਹਦਾ 2 मिलना जिदा 2 मिले ਉਹਦਾ 3 मिलना जिदा 10 मिले ਉਹਦਾ 11 मिलना और 11 मिले ਤਾਂ 12 मिलना ਤਾਂ ओवरऑल जो ਤੁਸੀਂ ਉਹਦਾ ਆਨਸਰ ਕੱਢੋਗੇ ਉਹ 'ਚ 1 + i ਮਲਟੀਪਲਾਈ ਕਰ ਦੋਗੇ ਤੁਹਾਡਾ ਆਨਸਰ ਆ ਜਾਊਗਾ ठीक है मीन्स अगेन फोकस कितने गया ਤੁਹਾਡਾ ऑर्डिनरी वाले पे ऑर्डिनरी पेपर च आया तो ऑर्डिनरी करना ही है अगर ਸਾਨੂੰ स्टार्टिंग वाला ड्यू वाला आया तो भी ऑर्डिनरी करके इनटू 1 + i करना ठीक है राजा ਹੁਣ आए इस साइड ਤੇ ਇਹਦਾ भी ਫਾਰਮੂਲਾ ਲਿਖੋ पर ਅਸੀਂ ਇਹ ਸਾਰਾ ਕੈਲਕੂਲੇਟਰ ਤੇ ਵੀ ਸਿੱਖਣਾ ਹੁਣੀ ਕਰ ਲੈਣਾ ਨਾਲ ਠੀਕ ਹੈ ਲਿਖੋ ਇਹਦੇ ਵਿੱਚ ਵੀ ऑर्डिनरी वाले ਦਾ ਲਿਖੋ ਫਾਰਮੂਲਾ ਪਹਿਲਾਂ पावर -n हो गई -1 डिवाइडेड बाय आई की शक्ल सेम होगी फॉर्मूले की सिर्फ की चेंज होया -n हो गया क्योंकि ਇੱਥੇ ਤੁਸੀਂ ਕਰ ਕੀ ਰਹੇ ਐਕਚੁਅਲੀ ਦੱਸੋਗੇ ਤੁਸੀਂ ਫਿਊਚਰ ਤੋਂ ਪ੍ਰੈਜ਼ੈਂਟ ਤੇ ਆ ਰਹੇ ਹੋ ਤੇ ਪਾਵਰ ਮਲਟੀਪਲਾਈ ਹੋਣੀ ਕਿ ਪਾਵਰ ਨੇ ਡਿਵਾਈਡ ਕਰਨਾ इसमें वापस आ रहे हो ना ਤੇ ਆ ਚੀਜ਼ ਦੇਖੋ ਵਾਪਸ ਇਹ ਕਨਸੈਪਟ ਕਿਉਂ ਸਿਖਾਇਆ ਤੁਹਾਨੂੰ अगर मैनू कभी भी अमाउंट पता है और मैं प्रिंसिपल फाइंड करना
तो मैं इस आंसर नो उधर लेके जाऊंगा तो पावर डिवाइड से आ रही है। मीन्स अगर मैं उधर ऊपर लिखा उधर सामने लिखा ना तो पावर माइनस एन हो जाएगी। सेम चीज इस करके कभी भी प्रेजेंट वैल्यू फाइंड करते हैं तो पावर ਉਹਦੀ माइनस एन पे चल जाती है। ठीक है। ਹੁਣ सेम जब ਤੁਹਾਨੂੰ ऑर्डिनरी सॉल्व करना आ गया ਤੇ ड्यू वाले सेम करके की करोगे 1 प्लस आई लिखो। हम्म क्लियर है जी फॉर्मूला लिख के करके ਇਹਦੀ ਕੈਲਕੂਲੇਟਰ ਨੂੰ ਨਚਾ ਪਿਕ ਕਰਦੇ ਨਾਲ ਆਪਾਂ ਪਹਿਲਾਂ ਇੱਥੇ ਨਾਰਮਲ ਗੱਲ ਕਰੀਏ ਆ ਕੁਐਸਚਨ ਹੈ ਆਪਾਂ ਕੀ ਫਿਊਚਰ ਵੈਲਿਊ ਪ੍ਰੈਜ਼ੈਂਟ ਵੈਲਿਊ ਦੀ ਗੱਲ ਕਰ ਲਈ ਯੈਸ ਔਰ ਕਹਿੰਦੇ एग्जांपल 25 देखो you invest rupees 3000 in a 2 year investment that pays you 12% per annum ਤੁਸੀਂ ਇੱਕ ਜਗ੍ਹਾ ਪੈਸਾ ਇਨਵੈਸਟ ਕੀਤਾ ਕਿੰਨੇ ਸਾਲ ਲਈ ਇਨਵੈਸਟ ਕੀਤਾ ਤਾਂ ਪ੍ਰਿੰਸੀਪਲ ਹੋ ਗਿਆ ਕੀ ਮਿਲ ਰਿਹਾ ਤੁਹਾਨੂੰ 12% पर annum ਕਹਿੰਦੇ ਉਹਦੀ ਫਿਊਚਰ ਵੈਲਿਊ ਕੀ ਹੈ ਐਨયુਟੀ ਦਾ ਕੁਐਸਚਨ ਹੈ नहीं ये गलतियां करते बच्चे समझ रहे क्या समझ रहे ना गल ये सिंपल फ्यूचर वैल्यू नहीं देते सीआई वाला फॉर्मूला लगाओ अमाउंट फाइंड कर दो गल कर फाइंड करना जस्ट अमाउंट फाइंड करना और असी अगर 2 ईयर ही है तो सिंपल जी गल सीखी 3000 च 2 बारी 12% ऐड कर दो गल यस ना तो ये आ गया ਹੁਣ जब बच्चे गलती से समझ रहे ना क्यों रिपीट की है गल स्टार्टिंग से कि फ्यूचर वैल्यू पढ़ते सर इट डजंट मीन कि एन्युटी का क्वेश्चन है बार बार वाले को पैसे आ रहे हैं ਤੁਸੀਂ ਦੇ ਰਹੇ ਹੋ ਕਿਤੇ ਬਾਰ ਬਾਰ ਜਾਂ ਲੈ ਰਹੇ ਹੋ ਕਿਤੋਂ नहीं सर एन्युटी मींस एनुअल इंस्टॉलमेंट्स एवरी ईयर सिंपल ये वर्ड्स होने चाहिए क्वेश्चन क्लियर है यार यस ना है ना ओके ਹੁਣ एन्युटी ਦਾ मीनिंग देखो आ देखो अगर ਤੁਸੀਂ पहले साल पढ़ो के लिखा कहना सपोज अ कांस्टेंट सम ऑफ मनी कितना 1 रुपये 1 रुपये बेसिक नाम ले रहे हैं आप कहते 1 रुपये अगर तुम डिपॉजिट करते हैं सेविंग्स अकाउंट एट द एंड ऑफ ईच ईयर फॉर 4 years एट 6% इंटरेस्ट तुम सेविंग्स अकाउंट की चाहे पैसे पा रहे हो बट किन्ने पा रहे हो हर साल पा रहे हो 1 रुपये पा रहे हो एट द एंड ऑफ ईच ईयर इट मीनस कि अगर जो 1 रुपये तुम फर्स्ट ईयर के एंड च डिपॉजिट किया वो किन्ने साल उत्ते इंटरेस्ट लगेगा पहले साल के एंड च दिता साल हम एनुअल गल कर रहे हैं टोटल तुसी कर की रहे हो 4 साल की गल कर रहे हो तुसी कितने खड़े हो आ टाइम है 0 1 2 3 4 तुसी इस जगह ते मतलब 1 दे एंड ते कीता तो अगर 1 दे एंड ते तुसी 1 रुपया डिपॉजिट किया उस 1 रुपीज ते किन्ने साल का इंटरेस्ट लगेगा 3 साल का जेड़ा 1 रुपये तुसी इत्थे डिपॉजिट कर रहे हो ते जेड़ा 1 रुपये इत्थे डिपॉजिट कर रहे हो ते 1 साल का और जेड़ा 1 रुपये इत्थे कर रहे हो उत्ते लगूगा ये सुन ठीक है ना और करके रहे हो तुसी इन्हों इन्वेस्ट कर रहे हो पैसा फ्यूचर चेक करोगे तो फ्यूचर वैल्यू का अकॉर्डिंग चलूगा दूसरी गल स्टार्टिंग च डिपॉजिट करेंगे एंड च कर रहे हो तो वो तुसी उस टेबल के अकॉर्डिंग पहुंच पाओगे ना फ्यूचर वैल्यू ते जाना तुसी फाइंड करना दसो इतने कितने पैसे इकट्ठे हो जाओगे मींस जो की चाह रहे हैं फ्यूचर वैल्यू दूसरी गल इन्वेस्ट कर रहे हो तो इन्वेस्टमेंट ऊपर टेबल नाल स्टडी करो टेबल बनाया जरा कॉपी च इन्वेस्टमेंट मींस ਤੁਹਾਡੇ राइट साइड वाली जगह ਉੱਥੋਂ पता लग गया इन्वेस्टमेंट तो भी लग गया ਤੁਹਾਨੂੰ मैं क्या बाद च कितने पैसे हो जाएगा फ्यूचर वैल्यू ठीक है और तुसी की कर रहे हो ऑर्डिनरी के इमीडिएट ऑर्डिनरी क्योंकि डिपॉजिट कर रहे हैं एट द एंड ऑफ द टाइम पीरियड
सो इत्थों दी आंदा कि अच्छा सर एक जगह ते इन्ना इंटरेस्ट लगना, एक ते इन्नी देर दा, एक ते इन्नी देर दा, एक ते जीरो दा, यस ना? ठीक है, कंसेप्ट समझ रहे ना? आही चीज़ों ने शो किया, देखो ਇਹਦੇ ਤੇ 3 ਸਾਲ ਦਾ ਇੰਟਰਸਟ, ਇੱਥੇ 2 ਸਾਲ ਦਾ, ਇੱਥੇ 1 ਸਾਲ ਦਾ, ਇੱਥੇ 0, ਕਿਉਂਕਿ ਉਹ ਅੱਜ ਹੀ ਤਾਂ ਡਿਪੋਜ਼ਿਟ ਕੀਤਾ, ਉਹਦੀ ਵੈਲਿਊ ਤਾਂ ਸੇਮ ਹੀ ਰਹਿਣੀ। ਇੱਥੇ ਤੁਹਾਨੂੰ ਪਤਾ ਚੱਲਿਆ ਕਿ ਉਹ ਕਿੰਨਾ ਬਣ ਜਾਊਗਾ। ਬਟ ਇਹ ਟੇਬਲ ਵੈਸੇ ਤਾਂ ਸਮਝ ਆ ਰਿਹਾ, ਟੇਬਲ ਦੇਖੋ ਤੁਸੀਂ 1 ਈਅਰ ਚ ਪਹਿਲੇ ਸਾਲ ਚ ਇੰਨਾ ਡਿਪੋਜ਼ਿਟ ਕੀਤਾ, ਉਹਦਾ ਇੰਨਾ ਬਣ ਜੂ ਚੌਥੇ ਦੇ ਐਂਡ ਤੱਕ, ਦੂਜੇ ਵਾਲੇ ਦਾ ਇੰਨਾ ਬਣ ਜੂ, ਤੀਜੇ ਵਾਲੇ ਦਾ ਇੰਨਾ ਬਣ ਜੂ, ਨਾਲ ਨਾਲ ਲਗਾ ਰਹੇ ਸਿੰਪਲ ਫਾਰਮੂਲਾ। ਬਟ ਸਾਰਿਆਂ ਦਾ ਲਗਾ ਪਾਓਗੇ ਤੁਸੀਂ ਇੱਦਾਂ ਪੇਪਰ ਚ? ਨਾਲੇ ਲਾਈਫ ਦੇ ਵਿੱਚ ਦੱਸੋ ਐਨਯੂਟੀ ਆਇਆ ਹੀ ਕਿਉਂ, ਫਾਰਮੂਲਾ ਕਿਉਂ ਸਿੱਖਣਾ ਪਿਆ? ਕਿਉਂਕਿ ਸਰ ਤੁਹਾਨੂੰ ਕਹਿ ਦਈਏ 10 ਸਾਲੇ ਕੰਮ ਕਰੋ, 20 ਸਾਲੇ ਕੰਮ ਕਰੋ, 50 ਸਾਲੇ ਕੰਮ ਕਰੋ, ਤੇ ਤੁਸੀਂ ਇਕੱਲੇ ਇਕੱਲੇ ਦਾ ਇਦਾਂ ਕਰੋਗੇ ਕਿ ਇੱਥੇ ਕੋਈ ਫਾਰਮੂਲਾ ਹੀ ਬਣਾਓਗੇ? ਫਾਰਮੂਲਾ ਹੀ ਬਣਾਓਗੇ ਨਾ, ਕਿ ਇੱਥੇ ਸਰ ਐਕਚੁਅਲੀ ਇਹ ਪਾਵਰ ਦਾ ਕੀ ਪੈਟਰਨ ਜਿਹਾ ਬਣਦਾ ਪਿਆ, ਤਾਂ ਕਿ ਅਸੀਂ ਈਜ਼ੀਲੀ ਉਹਨੂੰ ਸਮਝ ਪਾਈਏ। ਸਮਝ ਰਹੇ ਗੱਲ, ਯੈਸ ਔਰ ਨੋ? तो इतो फॉर्मूला ਤੁਹਾਡਾ ਬਣਿਆ ਕਿ ਸਰ ਪਹਿਲੇ ਦੇ ਉੱਤੇ 3 ਇਅਰਸ ਦਾ ਲੱਗਾ ਇੰਟਰਸਟ, ਇੱਥੇ ਫਿਰ 2 ਇਅਰਸ ਦਾ ਲੱਗਾ, ਫਿਰ 1 ਇਅਰ ਦਾ ਲੱਗਾ, ਯੈਸ ਔਰ ਨੋ? ਉਸ ਤੋਂ ਬਾਅਦ ਆ क्वेश्चन लिखो, और फॉर्मूला ਅਸੀਂ ਆਹੀ ਲਿਖਿਆ। ਉਹ ਆਪਾਂ ਇੱਥੇ ਪੀ ਲਿਖਿਆ, ਪੀ ਉਹ ਕਿਹਨੂੰ ਕਹਿੰਦੇ? ਐਨਯੂਟੀ। ਐਨਯੂਟੀ ਮਤਲਬ ਜੋ ਅਸੀਂ ਬਾਰ-ਬਾਰ ਪ੍ਰਿੰਸੀਪਲ ਪਾ ਰਹੇ ਹਾਂ, ਅਸੀਂ ਪੀ ਕਹਿਤਾ। ਉਹ ਕੀ ਕਹਿੰਦੇ, ਇਹ ਕਿਉਂ ਲਿਖਦੇ ਆ ਕਿ ਐਨਯੂਟੀ ਮੀਨਸ ਬਾਰ-ਬਾਰ ਕਿੰਨੇ ਪੈਸੇ ਪਾ ਰਹੇ ਹੋ। ओके, आगे की कितना 1 प्लस आई दी पावर एन माइनस 1 अपॉन आई, और आई मीन्स रेट ਨੂੰ 100 ਨਾਲ ਵੀ ਕਰ ਦੇਣਾ, ਔਰ ਅਗਰ ਕੋਈ ਉੱਥੇ ਕੰਪਾਊਂਡਿੰਗ ਦਾ ਫਰਕ ਆ ਮੰਥਲੀ ਜਾਂ ਕੁਆਟਰਲੀ, ਉਹਦਾ ਵੀ ਜੋ ਇੱਥੇ ਐਡਜਸਟਮੈਂਟ ਆਣਾ ਉਹ ਵੀ ਹੋ ਜਾਊਗਾ। ਜਿੱਦਾਂ ਜੇ ਸੈਮੀ ਐਨੂਅਲੀ ਹੋਏ ਤਾਂ ਡਿਵਾਈਡ ਬਾਈ 2 ਉਹ ਵੀ ਨਾਲ ਹੀ ਹੋ ਜਾਏ, ਆਏ तो आओगे। तो क्वेश्चन पढ़ के देखो कि लिखा क्वेश्चन ने क्या, फाइंड द फ्यूचर वैल्यू ऑफ एन एन्युटी। ਹੁਣ देखो फ्यूचर वैल्यू नाम ਤਾਂ ਆਇਆ, बट ਨਾਲ ਇਹ ਆਇਆ ਤਾਂ ਗੱਲ ਸਮਝ ਆਈ ਕਿ ਐਨੂਅਟੀ ਚ, ਅਦਰਵਾइज ਪਿਛਲਾ क्वेश्चन नॉर्मल फ्यूचर वैल्यू ਦਾ ਸੀ, ਦੇਖੋ ਨਾ। ठीक है, कितने पैसे डिपॉजिट कर रहे थे तुम? 500। कहना मेड एनुअली फॉर 7 इयर्स एट इंटरेस्ट 14% कंपाउंडिंग एनुअली। ਆ ਤੁਹਾਨੂੰ ਇੱਕ ਫੈਕਟਰ ਗਿਵਨ ਹੈ, ਇਹਨੂੰ ਬਾਅਦ ਚ ਦੇਖਦੇ ਹਾਂ। ਅਸੀਂ ਕੀ ਸਿੱਖਿਆ ਕਿ ਕਿਹੜਾ ਪਹਿਲਾਂ ਤੱਕ ਟੇਬਲ 'ਚ ਕਿਹੜਾ ਕੁਐਸਚਨ ਹੈ, ਇਨਵੈਸਟਮੈਂਟ, ਫਿਊਚਰ ਵੈਲਿਊ ਔਰ ਆਰਡੀਨਰੀ। ਠੀਕ ਹੈ, ਉਹਦੇ ਨੀਚੇ ਹੁਣ ਤੁਸੀਂ ਇੱਕ ਫਾਰਮੂਲਾ ਤਾਂ ਸਿੱਖ ਚੁੱਕੇ ਹੋ, ਪਹਿਲਾਂ ਇਸ ਫਾਰਮੂਲਾ ਨੂੰ ਵੈਸੇ ਕਰਕੇ ਦਿਖਾਓ, ਹੁੰਦਾ ਤਾਂ ਕੁਝ ਸੋਚ ਚੈੱਕ ਕਰੋ। ਆਏ पे लीगल रेट कितना है 14%, अगर 14% ही है तो इतने 14 ही आना, कोई दिक्कत नहीं, क्योंकि कंपाउंडिंग भी सेम है। मतलब सर इन्हें बनना 1.14, यस और नो? और एन कितना है, कितना सर 7 ईयर, साडे फॉर्मूले च भी वही आप लिखे, तो की ਉਹਦੀ वैल्यू गिवन ही है 1.14 ਦੀ ਪਾਵਰ 7 ही चाहिए ना फॉर्मूले अकॉर्डिंग ਸਾਨੂੰ, की ਉਹਦੀ वैल्यू गिवन है, यस। ਉਹ ਚੋਂ ਕੀ ਕਰੋਗੇ, सिंपली -1 और फिर डिवाइड बाय आए। ਹੁਣ आए ਦੱਸੋ ਕੀ ਹੈ, आए कितना 0.14, आए की है 0.14, ਉਹਦੇ ਅਕੋਰਡਿੰਗ ਕਰਕੇ ਬਾਅਦ ਜਿੰਨਾ ਐਨਯੂਟੀ ਦਾ ਅਮਾਉਂਟ ਆ ਹਰ ਸਾਲ ਵਾਲਾ ਉਹਨਾਂ ਮਲਟੀਪਲਾਈ ਕਰੋਗੇ, ਤੁਹਾਡੇ ਕੋਲ ਫਿਊਚਰ ਵੈਲਿਊ ਮਿਲ ਜਾਏ। ਇਹਦੀ ਕੈਲਕੂਲੇਟਰ ਟ੍ਰਿਕ ਲਿਖੋ। पहली गल 1 प्लस आई, जिदा ਅਸੀਂ ਕਿ 1.14 है ना, की करना उन्हें इंटू इक्वल टू करना कितने तक, जब तक कैलकुलेटर से की आ जाता ਇੱਥੇ n+1 नंबर देखिए ना, देखना सीखिया ना कैलकुलेटर के ऊपर आप उत्थे कितने तक जाना, n+1 तक चल जाओगे। उस तो बाद -1 डिवाइडेड बाय आई इंटू पी, इस स्पीड नाल लेके आना अंदर बस, आ जाना मेरे काम में, टेंशन ना लो। ठीक है, की लिखा 1 प्लस आई इंटू इक्वल टू कितने तक, फुल स्पीड n+1 तक। उस तो बाद -1 डिवाइडेड बाय आई इंटू पी, कितना की एक्चुअली आ वाली चीज तो समझ ली, बट आ था सेम ही लिखा ना मैं, देखो -1 डिवाइड बाय आई और बाद चो इंटू पी, इस तो ऐसा ना देख रही थी फॉर्मूले के एंड से वही चीज लिखी ना।
कि ਉਹਨਾਂ ਕਰਕੇ -1 ਡਿਵਾਈਡ ਬਾਈ i ਇੰਟੂ p, ਬਟ ਅਸੀਂ ਕੈਲਕੂਲੇਟਰ ਦੇ ਨੰਬਰ ਦੀ ਹੈਲਪ ਲੈ ਰਹੇ ਹਾਂ ਤਾਂ ਅਸੀਂ ਉਸ ਚੀਜ਼ ਨੂੰ ਫੋਕਸ 'ਚ ਰੱਖੀ। p ਇੰਟੂ ਇਕੁਅਲ ਟੂ ਕਰਨਾ ਕਿੱਥੇ ਤੱਕ, ਅਪ ਟੂ n+1, ਜਦੋਂ ਕੈਲਕੂਲੇਟਰ ਤੇ ਸਾਨੂੰ ਕੀ ਦੇਖਿਆ n+1। क्वेश्चन पे आओ वापस, आया कितना मिलेगा 0.14, 0.14, तो पहला 1.14 लिखो, इंटू इक्वल टू करो कितने तक जल्दी 8 तक, फिर -1 डिवाइडेड बाय 0.14, फिर इंटू 500, क्या आ गया, ठीक है, सिद्धिक हो गया। बोलो की बोल ट्रिक की बोली अपन 1+i करके इंटू इक्वल टू अप टू n+1 कैलकुलेटर से, देन -1 डिवाइडेड बाय i इंटू p, मतलब जितनी भी एनर्जी है, ठीक है। अगला पढ़ो की लिखा, ₹200 is invested at the end of each month in an account paying interest 6% per year, compounded monthly. What is the future value of this annuity? Again annuity का क्वेश्चन है कि नहीं है? After 10th payment, given that 1.005 per 10 is this much. पहली गल एन्युटी कितनी है, हर बार कितने पैसे डिपॉजिट कर रहे हैं 200, ठीक है सर। ਅਸੀਂ ਕੀ ਕਿਹਾ 1+i, ਪਹਿਲਾਂ i ਦਾ ਦਿਮਾਗ ਲਗਾਓ, ਸਿੰਪਲੀ i ਕਿੰਨਾ 6% ਸੀ पर एनम, यस और नो 6% ਸੀ पर एनम, ਤੇ ਕੀ कंपाउंडिंग कितना है मंथली मींस डिवाइड बाय 12, सो की बने आ चीज की बनी, पहला इन्हें सॉल्व करो कैलकुलेटर, आ गया 0.05, 005 है ना, तब तुसी यूज की करना 1.005 इंटू इक्वल टू कितना 11 तक चल रही है, ठीक है। -1 इंटू सॉरी -1 डिवाइड बाय आई कितना सी 0.005 और इंटू 200, क्या आ गया आंसर, वैल्यू का तो फर्क है 45 आगे कैलकुलेट करना, ठीक है। ਹੁਣ फायदे की गल की सानू आही चाहिए सी उत्ते, साडा इन्ना ही आया जब ਅਸੀਂ n+1 तक किया, यही आया सी, सानू आही चाहिए सी, ਇਹਦੀ वैल्यू तो सर ऑलरेडी गिवन सी, ठीक है गिवन सी, तो की करना सिर्फ अच्छा अगर गिवन ही है तो 1.0511 -1 डिवाइडेड बाय 0.005 इंटू 200 करके साਡਾ आंसर आया ना, फिर एग्जैक्ट ਹੁਣ ਇਸ ਕਰਕੇ ਉਹਨਾਂ ਦਾ 2044 ਆ ਰਿਹਾ ਕਿਉਂਕਿ ਉਹਨਾਂ ਨੇ ਵੈਲਿਊ ਗਿਵਨ ਸੀ ਉਹਦੇ ਅਕੋਰਡਿੰਗ ਕੀਤਾ, ਸਾਡੀ ਰਿਪੀਟਡ ਸੀ ਗਈ ਤਾਂ ਹੋਰ ਮੋਰ ਐਕੂਰੇਟ ਆंसर ਆਇਆ एक्चुअल वैल्यू, ठीक है। बोलो कोई डाउट, गुरजोत डाउट नहीं आया, फ्यूचर वैल्यू ऑफ एन्युटी ड्यू और एन्युटी इमीडिएट, स्टेप्स देखोगे कि लिखा है, कहते सिंपली फ्यूचर वैल्यू कर लो कि ऑर्डिनरी वाले की बाद चो मल्टीप्लाई हुआ 1+i, और रीजन तो दसती कि सानू 1 साल का हर जगह इंटरेस्ट ज्यादा मिलना। क्वेश्चन देखो, Z इन्वेस्ट ₹10,000 एवरी ईयर, हले सिर्फ आप फॉर्मूलाज ਨੂੰ अपने अंदर पा रहे हैं, रूल्स ਨੂੰ अंदर पा रहे हैं, हले बहुत कुछ है इन्हें समझने, ठीक है। Z invest 10,000 every year starting from today for next 10 years. For next 10 years. Suppose interest rate is 8% compounded annually. Calculate future value of the annuity. उन्होंने क्या 1 plus 0.08 की वैल्यू पार्ट 10 तो वैल्यू ऑलरेडी गिवन है। क्या था क्वेश्चन है पहली गल कि एवरी ईयर वर्ड आया कहाँ एन्युटी की गल सोच ली, अगर ना आंदा फिर नहीं सोच ली है ना, कुछ अगर इंस्टॉलमेंट है कुछ ना होता। दूजी गल चलो इतने भी उन्हें दसता
कि फ्यूचर वैल्यू ऑफ एन्युटी दसो। ओके सर, हुन डिपॉजिट कदों स्टार्ट किया? स्टार्टिंग फ्रॉम टुडे, मतलब बिगिनिंग ऑफ द टाइम पीरियड। ताही कि कहदा कंसेप्ट बनया ड्यू या इमीडिएट का। ठीक है, सो असी तो पहला कोई टेंशन नहीं, असी पहले नॉर्मल जो पिछे किया वही करना। की करना बोलो, कैलकुलेटर से की करना? 1 पॉइंट पहला आई कि ना होगा ये दसो। 8% है तो एनुअली है, फिर तो कुछ चेंज नहीं होता। 8% मीन 0.08, 0.08। तो असी लिखना सी कैलकुलेटर से 1.08 अप टू कितने तक? जो ने 10 ईयर्स किया था पर कैलकुलेटर से 11 तक जाना, बट मेनू वैल्यू ऑलरेडी गिवन है। अगर गिवन है तो आई कैन यूज दिस ऑल्सो। सीधा वैल्यू चो की करना रह गया -1 तो डिवाइड बाय 0.08 इंटू 10,000 करोगे तो आपको आंसर आ जाएगा। ठीक है, हूँ एक आधा आया, ये ऑर्डिनरी का आया। सानू चाहिए ड्यू या इमीडिएट पता है, वापस की करोगे इंटू 1 + आई, मतलब 1.08 ना मल्टीप्लाई कर दो। ठीक है, क्लियर है। नेक्स्ट है साडा प्रेजेंट वैल्यू का कंसेप्ट। प्रेजेंट वैल्यू ਦੇ ਵਿੱਚ देखो ਆ देखो ध्यान ਨਾਲ कहते फ्यूचर वैल्यू इज टुमारोज वैल्यू ऑफ टुडेज मनी, यस और नो, कंपाउंडेड एट सम इंटरेस्ट रेट। जो पैसे आज जमा कर रहे हो ओदी फ्यूचर वैल्यू कंपाउंडिंग होके वी कैन से प्रेजेंट वैल्यू की है टुडेज वैल्यू ऑफ टुमारोज मनी, बट एक कंपाउंडिंग नहीं होंगी, की होंगी डिस्काउंटिंग हो रही है। जो वापस लेके आने ना पिछे ओदी की कहूँ की कहते डिस्काउंटिंग। ठीक है, एक होर गल सोच सकते फ्यूचर वैल्यू कटनी है मीनस ਅਸੀਂ ਅੱਗੇ ਜਾਣਾ, ਉਹਨੂੰ ਕੰਪਾਊਂਡਿੰਗ ਕੰਸੈਪਟ ਕਹਿੰਦੇ ਆ। अगर मैं वापस लेके आना प्रेजेंट वैल्यू देता ਉਹਨੂੰ ਆਪਾਂ डिस्काउंटिंग कंसैप्ट भी कहते हैं। ठीक है राजा, सो उन्हें ਤਾਂ ਇਹ नाम लिखे आगे चलिए। so future value and present value are related to each other, in fact they are reciprocal of each other। so ਇਹਦੇ ਲਈ ਅੱਗੇ चलिए। पढ़ लो पढ़ लो। कहते you invested 1,000 at 7% and get 1070 at the end of the year, मतलब 1070 की है आज ਦੇ 1000 रुपीज ਦੀ फ्यूचर वैल्यू अगर मैं ਉਹਨੂੰ की करता 7% पे इन्वेस्ट किया सी एंड 1000 की है उस 1070 ਦੀ 7% वाले ਦੀ प्रेजेंट वैल्यू ਹੁਣ 7% की लगे डिस्काउंटिंग लगी। ठीक है, we have also seen कि if we invest 1000 for 2 years at 7% तो ਤੁਹਾਨੂੰ 2 साल बाद की मिलेगा 1144.9। सो 1144.90 की है फ्यूचर वैल्यू आज वाले 1000 की 7% अकॉर्डिंग, और 1000 की है उस 1144.90 की प्रेजेंट वैल्यू 7% डिस्काउंटिंग रेट के अकॉर्डिंग। ठीक है, क्लियर है नहीं? क्वेश्चन पे आइए की पूछा उन्हें, कहते व्हाट इज द प्रेजेंट वैल्यू ऑफ ₹1 to be received after 2 years compounded annually at 10% interest rate। ਹੁਣ ਕੀ ਦੱਸਿਆ ਤੁਹਾਨੂੰ ਸਭ ਤੋਂ ਪਹਿਲੀ ਗੱਲ, ਕੀ ਗਲਤੀ ਕਰਦੇ ਬੱਚੇ? प्रेजेंट वैल्यू पढ़िया ਤੇ एन्युटी लगा देंगे, पर एन्युटी ਦਾ क्वेश्चन है ही कितने नहीं। ਉਹ ਕਹਿੰਦਾ ਜਿਹੜਾ 1 ਰੁਪੀ ਤੁਸੀਂ 2 ਸਾਲ ਬਾਅਦ ਰਿਸੀਵ ਕਰਨਾ ਉਹ ਅੱਜ ਕਿੰਨੀ ਵੈਲਿਊ ਹੈ। मतलब 1 की है एक तरह अमाउंट ਤੁਸੀਂ फाइंड करना प्रिंसिपल ਵਿੱਚ प्रेजेंट वैल्यू ਤੁਹਾਨੂੰ ਦੱਸਿਆ ना ਇੱਥੇ फ्यूचर वैल्यू भी लिख सकते ਇੱਥੇ प्रेजेंट वैल्यू भी लिख सकते उसी फॉर्मूले से ना। सो 1 प्लस रेट कितना 10% है, और कंपाउंडिंग एनुअली की कितने साल की है 2 इयर्स। ठीक है, कि ਇਹਦਾ आंसर कटोगे पहले फिर ये शाबाश 1.1 का स्क्वायर हो गया है जैसा 1.21 आ गया। ठीक है, ਹੁਣ अगली गल समझो, ਤੁਸੀਂ इस वैल्यू ਨੂੰ उधर जाके की करना डिवाइड करना। ਹੁਣ ਬੱਚੇ ਕੀ ਕਰਦੇ ਆ ਇਹਨੂੰ क्लियर करोगे फिर 1 लिखोगे फिर दोबारा डिवाइड में 1.21 लिखते हैं। ठीक है गल, दिक्कत की है ਤੁਸੀਂ ਇੱਕ ਤਾਂ ਤੁਹਾਨੂੰ ਤਰੀਕਾ ਦਿੱਤਾ ਪਹਿਲੀ ਦਾ, ਦੂਜਾ कैलकुलेटर
कि सर अगर कभी दिक्कत लग रही तो साडा इत्थे वैल्यू लिखी थी उधर लिखो 1 डिवाइड बाय आ वाली वैल्यू चेक करके कर लो। पर दूसरी गल की सीखी थी रेसिप्रोकल भी तो सीखा कैलकुलेटर से कि अगर इन्हें मैंने डिवीजन से लेके जाना तो डिवाइड इक्वल टू कर दो ठीक कर दोगे करो डिवाइड इक्वल टू करो 1.211 और करना किहदे नाल 1 नाल फिर तो कुछ लिखने की लोड़ ही नहीं सो 1 दे नाल दसो इन्ने आंसर आ गए तेरे को ठीक है ना मीन्स की मतलब होया अगर मैं अज कोई पैसे लगावा 2 साल लई एट 10% इंटरेस्ट तो मैंने 1 रुपया मिले तो अज किन्ने लगावा मैंने 0.83 लगाने पैने क्लियर है यस नो एक एक लेमैन ਨੂੰ ਆਪਾਂ ਕਹੋ ਤੁਸੀਂ ਜਾ ਕੇ ਕਹੋਗੇ ਕਿ ਰਜੇ ਤੁਹਾਨੂੰ ਅੱਜ ਮੈਂ 100 ਰੁਪਏ ਦੇਦਾ ਜਾਂ 5 ਸਾਲ ਬਾਅਦ ਦੇਦਾ ਕੋਈ ਫਰਕ ਹੈ लेमैन की कहोगे नहीं कोई फर्क नहीं बट जेडे बच्चे कॉमर्स वाले या टाइम वैल्यू वाले या वो की कहोगे सर आज के 100 रुपए कि 5 साल बाद के 100 रुपए के बराबर नहीं है 1 साल बाद के 100 रुपए के बराबर नहीं है बिकॉज मनी भी की होंगी टाइम वैल्यू तो सुनो ठीक है सो ये दोनों की एक घट वैल्यू की अज वाले की फ्यूचर वाले की यदि वैल्यू घट है ना तो 100 रुपए के बराबर ही नहीं है ये घट है जो मैं सपोज करा 2 साल बाद की गल है यही वाली फैक्टर्स अकॉर्डिंग मीन दिस इज इक्वल टू 83 रुपीज 2 साल बाद तो 100 रुपये ऐसा नो समझ रहे गल अज के 100 रुपये है 2 साल बाद के 100 रुपये की है 83 रुपीज अगर इन्नी इन्फ्लेशन इन्नी डिस्काउंटिंग रेट हो ठीक है समझे गल जब आगे देखो what find the present value of 10,000 to be required after 5 years if the interest rate is 9% or given that this की पूछा गया प्रेजेंट वैल्यू एनुटी है कि नहीं है नहीं है कहता मैनू प्रेजेंट वैल्यू दसो गिवन की है ऑफ 10,000 मतलब फ्यूचर वैल्यू गिवन ही है अमाउंट गिवन ही है नाल इत्थे की आना 9% पर 5 और 1.09 की पर 5 ऑलरेडी गिवन है तो की कर सकते सीधा लिखोगे 1.5386 और डिवाइड इक्वल टू यस और नो 10,000 इक्वल टू डिवाइड इक्वल टू 10,000 इक्वल इंटू तो नहीं किया गुरजोत डिवाइड इक्वल टू कर लिया कितना लिखता किया गया 6500 6499 ठीक है क्लियर है याद आ गई ना चीज की करते थे डिवाइड इक्वल टू होना देखो एनओटी पे आई है प्रेजेंट वैल्यूज की है ना देखो कहते suppose your mom promised you to give rupees 1,000 on every 31st December for the next 5 years promise कर लिया ठीक है suppose today is 1st January how much money will you have after 5 years from now if you invest this if you invest this gift of the next 5 years at 10% ਤੁਹਾਨੂੰ ਜਿੱਦਾਂ ਜਿੱਦਾਂ ਮੰਮੀ 1000 रुपीज दोगे ਤੁਸੀਂ ਇਨਵੈਸਟ ਕਰੀ ਜਾਓਗੇ ठीक है ਕਹਿੰਦੇ for getting the answer we will have to compute the future value of this annuity ਤੁਹਾਨੂੰ ਕੀ ਚਾਹੀਦਾ ਜਿਹੜੇ 1000 ਅੱਜ ਮਿਲ ਰਹੇ ਉਹਦਾ ਕੀ ਬਣੂਗਾ ਅਗਲੇ ਮਿਲੂਗੇ ਉਹਦਾ ਕੀ ਬਣੂਗਾ but you don't want 1000 to be given to you each year ਤੁਸੀਂ ਕੀ ਕਹਿ ਰਹੇ ਹੋ ਮੈਨੂੰ 1000 ਨਾ ਦਿਓ ਹਰ ਸਾਲ ਮੈਨੂੰ ਲਮਸਮ ਫਿਗਰ ਦੇ ਦਿਓ ਕੀ ਤੁਹਾਡੇ ਮੰਮੀ ਫਿਰ ਤੁਹਾਨੂੰ 5000 ਦੇਊਗਾ ਨਹੀਂ ਦੇਊਗਾ ਨਾ ਤੁਸੀਂ ਕਹਿ ਰਹੇ 5 ਸਾਲ ਮੰਮੀ 1000 ਦੇਣਾ ਤੁਸੀਂ ਅੱਜ ਹੀ 5000 ਦੇ ਦਿਓ ਮੰਮੀ ਪਰ ਸੀਗੀ ਟਾਈਮ ਵੈਲਿਊ ਵਾਲੀ ਕੀ ਕਹੋਗੇ ਮੰਮੀ ਕਹਿੰਦੀ ਜੇ ਉਦੋਂ ਉਦੋਂ 1000 ਮਿਲਦਾ ਤਾਂ ਠੀਕ ਆ ਜੇ ਉਦੋਂ ਉਦੋਂ ਨਹੀਂ ਲੈਣਾ ਅੱਜ ਹੀ ਲੈਣਾ ਤਾਂ ਘੱਟ ਮਿਲੇਗੀ ਤਾਂ ਘੱਟ ਮਿਲੇਗੀ ठीक है तो की लिखा द अमाउंट दैट शी विल गिव यू टुडे विल बी लेस देन 5,000 क्योंकि मम्मी नो प्रेजेंट वैल्यू कांसेप्ट आंदा सी
ठीक है, मम्मी ਨੂੰ ਪਤਾ ਹੈ ਸਕੀਮ ਪਤਾ ਲੱਗ ਗਈ ਕਿ ਮੇਰੇ ਬੱਚੇ ਨੂੰ ਮੈਂ ਕਮਰਸ ਕਲਾਸਿਸ ਦੀ ਦਵਾਈਆਂ ਹੋਈਆਂ ਤੇ ਇਹਨੂੰ ਪਤਾ ਕਿ ਜੇ ਮੈਂ 5000 ਅੱਜ ਹੀ ਲੈ ਲਾਂ ਤਾਂ ਮੈਂ ਤਾਂ ਇਨਵੈਸਟ ਕਰਕੇ ਉੱਤੇ ਇੰਟਰਸਟ ਕਮਾ ਲਵਾਂਗਾ। ਮੰਮੀ ਵੀ ਸਿਆਣੀ ਸੀ, ਕਹਿੰਦੀ ਜਿਹੜਾ ਇੰਟਰਸਟ ਕਮਾਣਾ ਮੈਂ ਪਹਿਲਾਂ ਹੀ ਕੱਟ ਲੈਣਾ। ਸਮਝ ਰਹੇ ਗੱਲ? ਤੁਸੀਂ ਜਿਹੜਾ 10% ਇੰਟਰਸਟ ਕਮਾਣਾ ਸਪੋਜ਼, ਉਹਨੇ ਹੀ ਮੰਮੀ ਨੇ ਕੋਈ ਡਿਸਕਾਊਂਟਿੰਗ ਲਾ ਕੇ ਕੱਟ ਲੈਣਾ ਪਹਿਲਾਂ, ਤੇ ਤੁਹਾਡੇ ਕੋਲ ਤਾਂ 5 ਸਾਲਾਂ 'ਚ 5000 ਹੀ ਅਮਾਊਂਟ ਹੋਣਾ ਇਕੱਠਾ। ਦੱਸੋ ਨਾ। ਸੋ ਇੱਕ ਤਰ੍ਹਾਂ ਕਹਿੰਦਾ ਤੁਹਾਨੂੰ ਕੀ ਕਰਨਾ ਪੈਣਾ ਉਹਦੇ ਤੇ, ਮੰਮੀ ਤੁਹਾਨੂੰ ਕਿੰਨੇ ਪੈਸੇ ਦੇਣ, ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ, ਉਹਦੀ ਪ੍ਰੈਜ਼ੈਂਟ ਵੈਲਿਊਜ਼ ਫਾਈਂਡ ਕਰਨੀਆਂ ਪੈਣੀਆਂ। ਕਿਰਨ ਅੱਜ ਦੇ 1000 ਨੂੰ ਪ੍ਰੈਜ਼ੈਂਟ ਵੈਲਿਊ ਤੇ ਲਿਆਈਏ, ਦੂਜੇ ਸਾਲ ਵਾਲੇ ਨੂੰ ਲਿਆਈਏ, ਤੀਜੇ ਸਾਲ ਵਾਲੇ ਨੂੰ ਲਿਆਈਏ, ਚੌਥੇ ਵਾਲੇ ਨੂੰ ਲਿਆਈਏ ਔਰ ਪੰਜਵੇਂ ਵਾਲੇ ਨੂੰ ਲੈ ਕੇ ਆਈਏ। ਜਿਹੜਾ ਅੱਜ ਮੈਨੂੰ 1000 ਰੁਪੀਜ਼ ਮਿਲਣਾ ਸੀ, ਅੱਜ ਵੀ ਕਦੋਂ, ਡੇਟ ਪੜਿਓ, ਕਦੋਂ ਦੇਣਾ ਸੀ, 31 ਦਸੰਬਰ ਨੂੰ, ਔਰ ਅੱਜ ਡੇਟ ਕੀ ਸੀ 1 ਜਨਵਰੀ। ਮੀਨਸ ਜਿਹੜਾ ਇਸ ਸਾਲ ਦੇ 31 ਦਸੰਬਰ ਨੂੰ ਮਿਲਣਾ ਸੀ ਉਹਦੇ ਵੀ ਤਾਂ ਸਾਲ ਦੀ ਡਿਸਕਾਊਂਟਿੰਗ ਲੱਗੂਗੀ। ਜਿਹੜੀ ਇਸ ਸਾਲ ਦੇ 31 ਦਸੰਬਰ ਨੂੰ ਪੈਸੇ ਮਿਲਣੇ ਸੀ ਉੱਤੇ ਵੀ ਤਾਂ ਸਾਲ ਦੀ ਡਿਸਕਾਊਂਟਿੰਗ ਲੱਗੂਗੀ। ਮੀਨਸ ਇੱਥੇ 1 ਸਾਲ ਦੀ ਲੱਗੀ, 2 ਦੀ ਲੱਗੀ, 3 ਦੀ ਲੱਗੀ, 4 ਦੀ ਲੱਗੀ ਔਰ 5 ਦੀ। ਡਿਸਕਾਊਂਟਿੰਗ ਮੀਨਸ ਡਿਵਾਈਡ ਬਾय दैट ਹੋ ਰਿਹਾ, 1 प्लस आए ਦੀ ਪਾਰ ਡਿਵਾਈਡ ਚਾਹੀਦਾ, ਇੱਥੇ ਪਾਰ 1 2 3 4 5। मतलब सर 1 साल बाद का 1000 ਅੱਜ ਕੀ ਹੈ 909 point something, 2 साल बाद ਦਾ ਇੰਨਾ है, 3 साल बाद वाला, 4 साल बाद वाला, 5 साल बाद वाला। योर मॉम विल गिव यू रुपीज 3790.86। समझ रहे हो? क्यों कर रहे हैं गल, क्योंकि वजह कई चीज़ों जो लॉजिकल भी पहला क्लैरिटी होनी चाहिए कि हो की रहा है, क्यों बनया है। ठीक, सिर्फ फॉर्मूले स्कैमिंग की जरूरी नहीं है, लॉजिकल तो पता है ना हो की रहा है। समझ रहे? डिस्काउंटिंग समझ आई। 31 दसंबर वाले ਨੂੰ ਸਾਲ ਦੀ ਡਿਸਕਾਊਂਟਿੰਗ ਲੱਗੀ, ਅਗਲੇ ਸਾਲ ਵਾਲੇ ਨੂੰ 2 ਸਾਲ ਦੀ ਲੱਗੀ, ਲਾਸਟ ਵਾਲੇ ਨੂੰ 5 ਸਾਲ ਦੀ ਲੱਗੀ। ਤਾਂ ਮੀਨਸ ਅੱਜ ਜੋ ਸਾਰਿਆਂ ਦੀ ਪ੍ਰੈਜ਼ੈਂਟ ਵੈਲਿਊ ਆ ਗਈ 3790.86। ਕੋਈ ਡਾਊਟ? ਹੁਣ ਇਹਦੇ ਕੁਐਸਚਨ ਤੇ ਆਈਏ ਆਪਾਂ। ਪੜੋ ਕੀ ਲਿਖਿਆ। S borrows ₹5 lakh to buy a house। S borrows ₹5 lakh to buy a house। ਹੁਣ ਪਹਿਲਾਂ ਆਪਣੇ ਟੇਬਲ ਤੋਂ ਪੜ੍ਹ ਕੇ ਦੇਖੋ borrows ਕਿੱਥੇ ਲਿਖਿਆ ਸੀ, अपने टेबल से पढ़ो, चार्ट बनाया जाएगा, प्रेजेंट वैल्यू वाली लिखे लोन्स एंड बोरोइंग्स। ठीक है, कहना बोरो कितने ₹5 lakh to buy a house if he pays equal installment for 20 years and 10% interest on outstanding balance, what will be the equal annual installment। ये पता की बन रहा है, तुझे एक नाम सुने होगा EMI, that means equal monthly installments, और एक ही आ गया इक्वल एनुअल इंस्टॉलमेंट। समझ रहे गल? इक्वल भी कह देंगे होता एक्चुअल कई जगह ते ਇਹਦਾ मीनिंग ਹੁੰਦਾ ਨਾਮ ਹੁੰਦਾ इक्वेटेड, इक्वेटेड मंथली इंस्टॉलमेंट्स भी ਹੁੰਦਾ है। ठीक है, ਹੁੰਦੀ ਤਾਂ ਚਲੋ ਇਕੁਅਲ ਹੀ ਹੈ ਤਾਂ ਦੋਨੋਂ ਨਾਮ ਚੱਲ ਜਾਂਦੇ ਇੰਟਰਚੇਂਜੇਬਲੀ। ਸੋ ਕੀ ਲੱਗ ਰਿਹਾ ਇੱਥੇ ਕਨਸੈਪਟ, ਇੰਸਟਾਲਮੈਂਟਸ ਕੱਢਣ ਲਈ ਐਨੂਟੀ ਲੱਗਦੀ ਹੈ, ਈਐਮਆਈਜ਼ ਕੈਲਕੂਲੇਸ਼ਨ ਲਈ ਵੀ ਐਨੂਟੀ ਲੱਗਦੀ ਹੈ, ਬਟ ਉੱਤੇ ਹੁਣ ਮਿਹਨਤ ਜ਼ਿਆਦਾ ਨਹੀਂ ਹੁੰਦੀ। ਕਿਉਂ? ਕਿਉਂਕਿ ਐਕਸਲ ਵਿੱਚ ਸਾਰੇ ਫਾਰਮੂਲੇ ਬਣੇ ਹੁੰਦੇ ਪਹਿਲਾਂ, ਜਾਂ ਕੋਈ ਵੀ ਹੋਰ ਸੌਫਟਵੇਅਰ। ਠੀਕ ਹੈ, ਹੁਣ ਇੱਥੇ ਤੁਸੀਂ ਸਮਝਣੀ ਚੀਜ਼ ਧਿਆਨ ਨਾਲ। ਪਹਿਲੀ ਗੱਲ, ਬੋਰੋ ਕੀਤੇ ਕਦੋਂ ਪੈਸੇ, ਬੋਰੋ ਕਦੋਂ ਕੀਤੇ ਪੈਸੇ ਅੱਜ, ਤੇ ਉਹਦੇ ਇੰਸਟਾਲਮੈਂਟਸ ਪੇ ਕਰਨੀਆਂ ਕਿੰਨੀ ਦੇਰ, 20 ਸਾਲ ਲਈ ਪੇ ਕਰਨਾ। ਹੁਣ ਇੰਟਰਸਟ ਰੇਟ ਕੀ ਹੈ 10%। ਤੁਸੀਂ ਆਪਣੇ ਕੁਐਸਚਨ ਆਪਣੇ ਫਾਰਮੂਲੇ ਕੋਲ ਜਾਓ, ਚਾਰਟ ਕੋਲ, ਪ੍ਰੈਜ਼ੈਂਟ ਵੈਲਿਊ ਚ ਆ ਗਏ ਪਹਿਲੀ ਦਾ, ਉਹ ਚ ਕਿਹੜਾ ਹੋਊਗਾ ਕਿ क्वेश्चन ने कुछ दसिया कदों कदों कितना कितना, फिर ऑर्डिनरी जाऊगा। ठीक है, उत्ते फॉर्मूला सीखा, फॉर्मूला सीखा ना, पढ़ो फॉर्मूला की फॉर्मूला आ लिखा सी है ना, उत्ते 1 प्लस आए पर माइनस n ते -1 डिवाइडेड बाय r, इन्ना ही सीखे। ਹੁਣ ਇੱਥੇ ਇੱਕ ਗੱਲ ਸਮਝੋ ਹੋਰ, ਲਮਸਮ ਅਮਾਉਂਟ ਦੇ ਲਈ ਇਹ ਫਾਰਮੂਲਾ ਲਿਖਾ ਰਿਹਾ। ਲਮਸਮ ਮੀਨਸ ਇੱਥੇ ਆਊਗਾ, ਔਰ ਕਿਸ਼ਤਾਂ ਕਿੱਥੇ ਆਉਗੀਆਂ, ਛੋਟੇ ਛੋਟੇ ਅਮਾਉਂਟਸ ਆਉਗੇ ਇੱਥੇ। ਅਸੀਂ ਇੱਕ ਚੀਜ਼ ਸੁਣੀ, ਜਦੋਂ ਫਿਊਚਰ ਵੈਲਿਊਜ਼ ਕੈਲਕੂਲੇਸ਼ਨ ਕੀਤੀ, ਇਸ ਬ੍ਰੈਕਟ ਨਾਲ ਕੀ ਮਲਟੀਪਲਾਈ ਕੀਤਾ ਸੀ ਕਿ ਸਰ ਬਾਰ-ਬਾਰ ਕੀ ਹੋ ਰਿਹਾ, 500 ਰੁਪਏ ਜਮ੍ਹਾਂ ਕਰਾ ਰਹੇ ਸੀ ਤੁਸੀਂ। ਇਹ ਚੀਜ਼ ਯਾਦ ਰੱਖਣੀ ਹੈ, ਅੱਗੇ ਤੁਹਾਡੇ ਕੋਲ ਕਈ ਕੁਐਸਚਨ ਆਉਗੇ, ਤੁਸੀਂ ਉਦੋਂ ਕਹੋਗੇ ਹਾਂਜੀ ਹੈਲਪਫੁਲ ਹੋਗੀ ਚੀਜ਼। ਬਾਰ-ਬਾਰ ਵਾਲਾ ਅਮਾਉਂਟ ਕਿੱਥੇ ਪਾਣਾ, ਇਸ ਜਗ੍ਹਾ ਤੇ ਰੱਖੀਦਾ, ਔਰ ਇੱਕ ਵੱਡਾ ਅਮਾਉਂਟ ਕਿੱਥੇ ਰੱਖੀਦਾ, ਇਸ ਜਗ੍ਹਾ ਤੇ।
ठीक है, ਤੁਹਾਨੂੰ ਇਹਨਾਂ ਚੋਂ ਕੀ ਪਤਾ, ਬਾਰ-ਬਾਰ ਵਾਲਾ ਪਤਾ ਅੱਜ ਕੇ ਕਿਸ਼ਤਾਂ ਵਾਲਾ, बार-बार किस्ता वाला के लमसम पता की लमसम पता मींस ये तो पता ही है सन। ठीक है, चलो कैलकुलेटर ट्रिक पढ़ो, ये पहला की लिखी है, तेरी लिखी नहीं ना हाले, लिखो। अच्छा कई गल एक गल दसो, ਇਹਦੀ ਕੀ ਬਣੂਗੀ कैलकुलेटर ट्रिक, सब ਨੂੰ पता, सारा कॉपी करके इनटू 1 + i, सारा कॉपी इनटू 1 + i सीधा की 1 + i की पावर मतलब इनटू इक्वल टू कितना कब टू n+1 और देन -1 डिवाइड बाय i दोनों करके इनटू p करके बाद चो 1 + i लगाओगे तो इधर लगा। ठीक है, हूँ इधर का लिखो, ये लिखो कैलकुलेटर ट्रिक, लिखो 1 + i इतने इनटू इक्वल टू होना कि डिवाइड इक्वल टू होएगा, पावर किसी माइनस, सो डिवाइड इक्वल टू कितने तक जाना है, डिवाइड इक्वल टू चली जाना जब तक कैलकुलेटर की ਤੁਹਾਨੂੰ n+2 नहीं दिखना, n+2 तक। ठीक है, इन्ना करके उस तो बाद ਅਸੀਂ स्टेप की सीखिया सर -1 फिर की सीखिया डिवाइड बाय i और बाद इनटू p, बट जब ਤੁਸੀਂ आ चीज इतने करोगे तो आपको आंसर चल जाना -2 शो होगा, चेक करो, चेक चलो क्वेश्चन ना कराना, पहला क्वेश्चन देखियो जड़ा हम नहीं कर रहे थे, 1 + i कितना होया पहली गल 1.1 डिवाइड इक्वल टू करना 20 ईयर्स है, मतलब कितने जाना 22 तक शो होना चाहिए कैलकुलेटर, करो डिवाइड इक्वल टू 22 तक n+2 शो होना चाहिए, 1.1 0. ठीक है, हूँ इन्हें करो -1 देन डिवाइड बाय, देखिए नोटिंग हो जानी लगा, चलो ना ना सॉल्व कर, प्रैक्टिस का होगा ना, नोटिंग हो जाओगी 2 मिनट बाद हो जाएगी, लिख जल्दी से 1.1 डिवाइड इक्वल टू क्या कितने तक जाना, जो 20 ईयर का n+2 मींस 22 दिखना चाहिए था पहले। ठीक है, हूँ एच -1 डिवाइड बाय 0.1, ठीक है इनटू, नहीं सुनो गल इतने तक आ गए मैंने, हूँ तुहानू की गल सिखाई, बार बार वाला अमाउंट की है आ वाला, ते लमसम की है आ वाला, यस नो तुहानू पता की है अज लमसम पता, तुहाडे को आंसर आया इस ब्रैकेट ਦਾ, ਤੁਸੀਂ अगर किस्तां पता ਹੁੰਦੀਆਂ ਤੇ ਤੁਸੀਂ ਉਹਨਾਂ ਮਲਟੀਪਲਾਈ ਕਰਨਾ ਸੀ, ਉਹਦੇ ਨਾਲ ਕੀ ਕਰਨਾ ਇਹਨੂੰ ਜਾ ਕੇ, ਉਹਦੇ नीचे जाऊगा डिवाइड जाऊगा, तो वो डिवाइड इक्वल टू 5 लाख इक्वल टू आ गया ना, समझ रहे गल, क्यों वो लमसम और किस्तां वाली आदत की गल क्यों दसी, जे मैनू बार बार वाला अमाउंट पता किस्तां वाला अमाउंट पता ਉਹਨਾਂ ਆਪਾਂ ਫਾਰਮੂਲਾ ਸੋਲਵ ਕਰਕੇ ਇਨਟੂ ਕਰੀਦਾ, बट ਅੱਜ ਮੈਨੂੰ पता की सी लोन अमाउंट पता, की पता सी लोन अमाउंट, तो मैं उस ब्रैकेट ਨੂੰ उधर जाके की करना डिवाइड करना, सो की हेल्प ਲਈ ਆਪਾਂ डिवाइड इक्वल टू 5 लाख इक्वल, किस्तां पता चल गया 58,729.84 ਦੀ किस्त ਬਣੇਗੀ, बट की आंसर नेगेटिव है, शो नेगेटिव है ना ਤੁਹਾਨੂੰ, ਹੁਣ ਉਹਦੇ ਲਈ ਕੀ ਕਰਨਾ ਹੁੰਦਾ, ਤੇ ਆਪਾਂ ਈਜ਼ੀ ਕੀ ਕਰ ਸਕਦੇ ਆ, ਅਗਰ ਤੁਹਾਨੂੰ 네ਗੇਟਿਵ ਫੇ ਵੀ ਪੇਪਰ 'ਚ ਨਾ ਤੰਗ ਕਰ ਦਿੰਦਾ ਕਈ ਵਾਰੀ, ਇਸ ਸਟੈਪ ਨੂੰ ਰਿਪਲੇਸ ਕਰ ਦਿਓ ਜੀਟੀ ਤੇ ਬਟਨ, ਦੇਖੋ ਗੱਲ देखो 1.1 डिवाइड इक्वल टू 22 तक जाओ शाबाश, फिर चल गए जीटी का आपको सिर्फ ताकि ये वाला कैलकुलेटर बना सकते, डिग्री वाले भी है ना, हाँ वो वाला नहीं करना, ਤੁਹਾਨੂੰ ਤੇ ਹਲੇ ਫਿਲਹਾਲ ਇਹੀ ਕਰਨਾ ਪੈਣਾ ਜੋ ਕੀਤਾ, बट ਤਾਂ ਹੀ ਕਿਹਾ ਕਿ ਉਹ ਕੈਲਕੂਲੇਟਰ ਲੈ ਕੇ ਜਾਣਾ ਆਪਾਂ ਨਾਲ ਤੇ जीटी दब लिया, ठीक है जीटी दब लिया, सिर्फ उन इनको पी करना
जीटी में देखो किसी रिप्लेसमेंट लिखा है -1 तो डिवाइड बाय आई, तो दोनों चीज रिप्लेस हो जाती जीटी में। ਜਦੋਂ आ गया उसके बाद डिवाइड इक्वल टू 5 लाख इक्वल आ गया आंसर। 1 मिनट उन्होंने कैलकुलेटर दो अभी चेक करो। वो तो देखो हर जगह नहीं ना होना, वो हर जगह नहीं होना। ਅਸੀਂ ਇੱਥੇ ਫਾਰਮੂਲਾ ਲਿਖਿਆ ਇੱਕ ਵਾਰ, ਅਸੀਂ ਤਾਂ ਹੀ ਤਾਂ ਇਹ ਕਨਸੈਪਟ ਸਿੱਖਿਆ ਕਿ ਅਗਰ ਮੈਨੂੰ p ਪਤਾ ਫਿਰ ਤਾਂ ਮੈਂ ਇਨਟੂ p ਲਗਾਣਾ, ਠੀਕ ਹੈ, ਫਿਰ ਤਾਂ ਕੋਈ ਦਿੱਕਤ ਹੀ ਨਹੀਂ। ਅਗਰ ਮੈਨੂੰ a ਪਤਾ मतलब लमसम वाला अमाउंट पता, वो ਤੁਹਾਡੇ क्वेश्चन टू क्वेश्चन वेरी करना, फिर बार बार फॉर्मूला थोड़ी चेंज करांगे। तो इसीलिए दसिया जिद्दां ही ब्रैकेट सॉल्व होगी, अगर सानू बार बार वाला अमाउंट किस्तां वाला पता तो इंटू कर दो, अगर नहीं पता तो डिवाइड इक्वल टू एंड लमसम अमाउंट इक्वल टू कर लो। ऐसा ना 1 मिनट ਦੇ ਵਿੱਚ ਨੀਚੇ ਵਾਲਾ क्वेश्चन देख लो, फिर ਭੇਜਦਾ। ਕਹਿੰਦੇ 5000 is paid every year for 10 years to pay off a loan। लोन दिखा था की होगा प्रेजेंट वैल्यू, ठीक है। और एवरी ईयर की एनुटी है कि नहीं हैगी है। ओके, रेट की है 14% पर एनम, कहना कंपाउंडिंग एनुअली है, ठीक है, कोई दिक्कत नहीं है। मैनू दसो पहली गल 1 + i की बने ਹੁਣ ਕੀ करना 1.14 अगे डिवाइड इक्वल टू कितने साल 10 साल क्या था ਅਸੀਂ कैलकुलेटर की देखना 12 देखना, दिख गया। ਹੁਣ जिन्हों को नहीं है हले वाला कैलकुलेटर वो -1 और डिवाइड बाय आई कर लो, बाकी दोनों की करो जीटी कर लिया। ਹੁਣ ਇਸ ਤੋਂ ਬਾਅਦ ਕੀ ਕਰੀਦਾ, या ਤਾਂ इनटू p या डिवाइड इक्वल टू ਤੇ ਲਮਸਮ ਅਮਾਉਂਟ। ਤੁਹਾਨੂੰ ਅੱਜ ਕੀ ਪਤਾ p ਪਤਾ ਤਾਂ इनटू p करो, ਇੱਥੋਂ ਪਤਾ ਚੱਲੂਗਾ ਕਿ ਲੋਨ ਕਿੰਨੇ ਦਾ ਸੀਗਾ, ਲੋਨ ਕਿੰਨੇ ਦਾ ਸੀਗਾ। ਯਸ किस्तां नाल कर लिया तो पता चलिया लोन किन्ने दा, जे लोन नाल कर लिया तो पता चल गया किस्तां किन्नियां बने। समझ गई गल? ठीक है, डाउट था ना? ठीक है, इधर गुजर 33 लास्ट। टीवी किन्ने दा 13,000। तुसी जे टीवी खरीदे डाउन पेमेंट करती 3,000, किन्ने पैसे रह गए। मोस्ट इंपोर्टेंट चीज, अगर 10,000 रह गए तो लोन 10,000 का होया। बच्चे 13,000 का क्वेश्चन शुरू कर दें। अगर 3,000 डाउन पेमेंट इसी वेले हो गया, 13,000 भी वैल्यू अज दी है, 3,000 भी अज दी है, तो लोन तो 10,000 ही होया ना। कहता एग्रीइंग टू मेक इक्वल एनुअल पेमेंट्स ऑफ फॉर 4 ईयर्स, 4 ईयर्स टाइम पीरियड आ गया। कहता ईच पेमेंट किन्ने दी करोगे अगर 14% कंपाउंडेड एनुअली है, तो 1.14 डिवाइड इक्वल टू कितने तक जाना 4 ईयर्स क्या था कैलकुलेटर से की देखूगा 6 देखूगा, फिर जीटी। फिर हूँ दसो किस्ता पता कि लोन पता, लोन पता था, डिवाइड इक्वल टू 10,000 इक्वल टू, ठीक है, डिवाइड इक्वल टू फिर लमसम अमाउंट इक्वल टू, लमसम नहीं हाँ लमसम ही है ना, लोन ही है, ठीक है। तो 3432.05 की ਤੁਹਾਡੀ ईच इंस्टॉलमेंट बनोगी। कोई डाउट, क्लियर, इजी लगे, ठीक है ना, इजी है।